ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਊਚ ਅਪਾਰ ਬੇਅੰਤ ਸੁਆਮੀ। ਕੌਣ ਜਾਣੈ ਗੁਣ ਤੇਰੇ, ਗਾਵਤ ਉਦਰਹਿ ਸੁਣਤੇ ਉਦਰਹਿ। ਬਿਨਸੇ ਪਾਪ ਕਨੇਰੇ, ਪਸ਼ੂ ਪਰੇਤ ਮੁਗਧ ਕੋ ਤਾਰਹਿ। ਪਾਹਣ ਪਾਰ ਉਤਾਰੇ, ਨਾਨਕ ਦਾਸ ਤੇਰੀ ਸਰਣਾਈ। ਸਦਾ ਸਦਾ ਬਲਿਹਾਰੇ, ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ, ਸੋ ਕਹੋ ਟਲ ਗੁਰ ਸੇਵੀਐ। ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸਮ ਦੀ। ਨੂਰ ਅਰਸੋ ਕੁਰਸੋ ਝਟੀਐ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ। ਸਿਰ ਸਾਹਾਂਦੈ ਸਾਹੋ, ਜਿਸ ਪਾਸ ਬੈਠਿਆ ਸੋਹੀਐ। ਸਭਨਾਂ ਦਾ ਬੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਤੀਜਾ। ਸ਼ਬਦ ਮਰੈ ਸੋਈ ਜਨ ਪੂਰਾ, ਸਤਿਗੁਰ ਆਖ ਸੁਣਾਏ ਸੂਰਾ। ਸ਼ਬਦ ਮਰੈ ਸੋਈ ਜਨ ਪੂਰਾ, ਸਤਿਗੁਰ ਆਖ ਸੁਣਾਏ ਸੂਰਾ। ਕਾਇਆ ਅੰਦਰ ਅੰਮ੍ਰਿਤ ਸਰ ਸਾਚਾ, ਮਨ ਪੀਵੈ ਭਾਏ ਸੁਭਾਈ ਹੈ। ਪੜ੍ਹ ਪੰਡਿਤ ਅਬਰਾ ਸਮਝਾਏ, ਘਰ ਜਲ ਤੇ ਕੀ ਖਬਰ ਨ ਪਾਏ।
ਬਿਨ ਸਤਿਗੁਰ ਸੇਵੇ ਨਾਮ ਨਾ ਪਾਈਐ। ਪੜ ਥਾਕੇ ਸ਼ਾਂਤ ਨ ਆਈ ਹੈ। ਇਕ ਭਸਮ ਲਗਾਏ ਫਿਰ ਹੈ ਭੇਖ ਧਾਰੀ। ਬਿਨ ਸ਼ਬਦ ਹੋਮੈ ਕਿਨ ਮਾਰੀ। ਅਨ ਦਿਨ ਜਲਤ ਰਹੇ ਦਿਨ ਰਾਤੀ। ਭਰਮ ਭੇਖ ਪਰਮਾਈ ਹੈ। ਇਕ ਗ੍ਰਹਿ ਕੁਟੰਬ ਮਹਿ ਸਦਾ ਉਦਾਸੀ। ਸ਼ਬਦ ਮੂਏ ਹਰ ਨਾਮ ਨਿਵਾਸੀ। ਅਨ ਦਿਨ ਸਦਾ ਰਹੇ ਰੰਗ ਰਾਤੇ। ਭੈ ਪਾਏ ਭਗਤ ਚਿਤ ਲਾਈ ਹੈ। ਮਨ ਮੁਖ ਨਿੰਦਾ ਕਰ ਕਰ ਵਿਗੂਤਾ। ਅੰਤਰ ਲੋਭ ਭੌਕੈ ਜਿਸ ਕੁੱਤਾ। ਜਮ ਕਾਲ ਤਿਸ ਕਦੇ ਨ ਛੋਡੈ। ਅੰਤ ਗਿਆ ਪਛਤਾਈ ਹੈ। ਮਨ ਮੁਖ ਨਿੰਦਾ ਕਰ ਕਰ ਵਿਗੂਤਾ। ਅੰਤਰ ਲੋਭ ਭੌਕੈ ਜਿਸ ਕੁੱਤਾ। ਜਮ ਕਾਲ ਤਿਸ ਕਦੇ ਨ ਛੋਡੈ। ਅੰਤ ਗਿਆ ਪਛਤਾਈ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖ਼ਤ ਦੇ ਮਾਲਕ ਲੋਕ ਪਰਲੋਕ ਦੇ ਰੱਖਿਅਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਹਿਬੇ ਕਮਾਲ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਮਾਰੂ ਰਾਗ ਦੇ ਵਿੱਚ ਤੀਸਰੇ ਗੁਰਦੇਵ
ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ 1046 ਅੰਕ ਤੇ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਪਰਸੋਂ ਵਾਲੇ ਦੀਵਾਨਾਂ ਦੇ ਵਿੱਚ ਆਪ ਜੀ ਨੇ ਪਹਿਲੇ 3 ਬੰਦਾਂ ਦੀ ਵਿਚਾਰ ਸਰਵਣ ਕੀਤੀ ਸੀ। ਅੱਜ ਸਤਿਗੁਰੂ ਮਹਾਰਾਜ ਜੀ ਚੌਥੇ ਬੰਦ ਦੁਆਰਾ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਸ਼ਬਦ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਆਪਾਂ ਸਾਰੇ ਹੀ ਕਰੀਏ ਆਪਣੀ ਰਸਨਾ ਨੂੰ ਪਵਿੱਤਰ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਬਦ ਮਰੈ ਸੋਈ ਜਨ ਪੂਰਾ, ਸਤਿਗੁਰ ਆਖ ਸੁਣਾਏ ਸੂਰਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਕਿ ਸ਼ਬਦ ਮਰੈ ਸੋਈ ਜਨ ਪੂਰਾ। ਪਾਤਸ਼ਾਹ ਦੇ ਚਰਨਾਂ 'ਚ ਸਵਾਲ ਕੀਤਾ ਕਿ ਸਤਿਗੁਰੂ ਜੀ ਪੂਰਾ ਜਨ ਕੌਣ ਹੈ? ਸੰਸਾਰ ਦੇ ਵਿੱਚ ਬਹੁਤ ਸਾਰੇ ਐਸੇ ਜੀਵ ਹਨ ਜਿਹੜੇ ਆਪਣੇ ਆਪ ਨੂੰ ਪਰਮਾਤਮਾ ਦੇ ਭਗਤ ਕਹਾਉਂਦੇ ਹਨ। ਕੋਈ ਕਹਿੰਦਾ ਹੈ ਮੈਂ ਸੰਤ ਹਾਂ, ਮਹਾਂਪੁਰਖ ਹਾਂ। ਕੋਈ ਕਹਿੰਦਾ ਹੈ ਮੈਂ ਹਰੀ ਦਾ ਜਨ ਹਾਂ, ਹਰੀ ਦਾ ਪਿਆਰਾ ਹਾਂ, ਹਰੀ ਦਾ ਭਗਤ ਹਾਂ, ਹਰੀ ਦਾ ਦਾਸ ਹਾਂ। ਇਸ ਤਰ੍ਹਾਂ ਆਪਣੇ ਆਪਣੇ ਨਾਮ ਦੇ ਨਾਲ ਲੋਕ ਇਸ ਨਾਮ ਨੂੰ ਲਾਉਂਦੇ ਨੇ। ਪਰ ਸਤਿਗੁਰੂ ਤੁਹਾਡੀ ਨਿਗਾਹ ਦੇ ਵਿੱਚ ਹਰੀ ਦਾ ਪੂਰਾ ਜਨ ਕਿਹੜਾ ਹੈ? ਤੇ ਪਾਤਸ਼ਾਹ ਕਹਿੰਦੇ ਨੇ ਸ਼ਬਦ ਮਰੈ। ਜਿਨੇ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਦੇ ਰਾਹੀਂ ਮਾਰਨਾ ਕੀਤਾ ਹੈ। ਭਾਵ ਜੀ ਨੇ ਆਪਣੇ ਮਨ ਦੇ ਜਿੰਨੇ ਵੀ ਸੰਕਲਪ ਵਿਕਲਪ ਇਤਿਆਦਿਕ ਨੇ ਗੁਰੂ ਦੇ ਸ਼ਬਦ ਦੀ ਟੇਕ ਲੈ ਕੇ ਮਾਰੇ ਹਨ। ਅਸਲ ਵਿੱਚ ਫਿਰ ਉਹ ਜਿਹੜਾ ਜਨ ਪਿਆਰਾ ਹੈ ਉਹ ਪੂਰਾ ਹੈ। ਕਿਉਂ ਗੁਰੂ ਦਾ ਸ਼ਬਦ ਕੈਸਾ ਹੈ? ਭਗਤ ਜੀ ਨੂੰ ਪੁੱਛੋ, ਭਗਤ ਜੀ ਕਹਿੰਦੇ ਨੇ ਕਬੀਰ ਸਤਿਗੁਰ ਸੂਰਮੇ, ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਭਰਿਆ, ਪਰਾ ਕਲੇਜੇ ਛੇਕ। ਕਿ ਗੁਰੂ ਦਾ ਸ਼ਬਦ ਐਸਾ ਹੈ ਜਿਵੇਂ ਇੱਕ ਨਿਸ਼ਾਨਚੀ ਤੀਰ ਅੰਦਾਜ਼, ਤੀਰ ਚਲਾਉਣ ਵਾਲਾ ਨਿਸ਼ਾਨਾ ਪਰ ਕੇ ਤੀਰ ਛੱਡਦਾ ਨਾ, ਉਹ ਤੀਰ ਫਿਰ ਉਹਦਾ ਨਿਸ਼ਾਨਾ ਕਦੇ ਖਾਲੀ ਨਹੀਂ ਜਾਂਦਾ ਹੈ। ਕਹਿੰਦੇ ਇਸੇ ਤਰ੍ਹਾਂ ਗੁਰੂ ਦਾ ਸ਼ਬਦ ਐਸਾ ਹੈ ਸੂਰਮੇ ਗੁਰੂ ਦਾ ਕਿ ਜਿਹਦੇ ਉਹ ਸਤਿਗੁਰੂ ਕਿਰਪਾ ਦ੍ਰਿਸ਼ਟੀ ਕਰਕੇ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ। ਜੇ ਸਤਿਗੁਰ ਦੇ ਮਨ ਵਿੱਚ ਆਉਂਦਾ ਕਿ ਫਲਾਣੇ ਦਾ ਮੈਂ ਭਲਾ ਕਰਨਾ ਹੈ, ਫਲਾਣੇ ਨੂੰ ਕੁਰਾਹੇ ਪੇ ਨੂੰ ਮੈਂ ਰਾਹ ਪਾਉਣਾ ਹੈ, ਉਦੋਂ ਸਤਿਗੁਰੂ ਸ਼ਬਦ ਰੂਪੀ ਤੀਰ ਛੱਡਦੇ ਹਨ। ਉਹ ਸ਼ਬਦ ਰੂਪੀ ਤੀਰ ਫਿਰ ਛੂੰਕਦਾ ਹੋਇਆ ਜਾਂਦਾ। ਜਿਹੜਾ ਜਿਸ ਜਗਿਆਸੂ ਦੇ ਹਿਰਦੇ ਨੂੰ ਜਾ ਕੇ ਬਿੰਨਦਾ ਨਾ, ਜੋ ਹਿਰਦੇ ਵਿੱਚ ਜਾ ਕੇ ਲੱਗਦਾ, ਐਸੀ ਚੋਟ ਲੱਗਦੀ ਹੈ ਕਿ ਮਨ ਨੂੰ ਲਾਗਤ ਹੀ ਭੋਏ ਗਿਰ ਭਰਿਆ, ਪਰਾ ਕਲੇਜੇ ਛੇਕ। ਭੋਏ ਗਿਰਨ ਤੋਂ ਭਾਵ ਕੀ ਹੈ? ਜਿਵੇਂ ਦੁਸ਼ਮਣ ਦੇ ਤੀਰ ਲੱਗਦਾ ਹੈ, ਤੀਰ ਲੱਗਣ ਨਾਲ ਉਹ ਧਰਤੀ ਉੱਤੇ ਡਿੱਗ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਜਿਹਨੂੰ ਗੁਰੂ ਦਾ ਸ਼ਬਦ ਜਾ ਕੇ ਲੱਗਦਾ ਨਾ, ਸ਼ਬਦ ਦੀ ਚੋਟ ਲੱਗਦੀ ਹੈ, ਉਹਦਾ ਜਿਹੜਾ ਹੰਕਾਰ ਹੈ ਗੁਰੂ ਸਵਾਰਿਓ, ਹੰਕਾਰ ਦੂਰ ਹੋ ਜਾਂਦਾ ਹੈ। ਉਸ ਪਿਆਰੇ ਦੇ ਹਿਰਦੇ ਅੰਦਰ ਨਿਮਰਤਾ ਪੈਦਾ ਹੋ ਜਾਂਦੀ ਹੈ।
ਜਿਹੜੀ ਨਿਮਰਤਾ ਇਹ ਮਨ ਲਾਗਤ ਹੀ ਭੁਇ ਗਿਰ ਪਰਿਆ। ਇਹ ਭੁਇ ਗਿਰਨਾ ਭਾਵ ਨਿਮਾਣੇ ਹੋ ਜਾਣਾ ਤੇ ਪਰਿਆ ਕਲੇਜੇ ਛੇਕ। ਜਿਵੇਂ ਤੀਰ ਲੱਗਣ ਨਾਲ ਗੁਰੂ ਸਵਾਰਿਓ ਹਿਰਦੇ ਅੰਦਰ ਛੇਕ ਪੈਦਾ ਹੋ ਜਾਂਦਾ ਏ, ਸੁਰਾਖ ਹੋ ਜਾਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਉਸ ਪਿਆਰੇ ਦੇ ਹਿਰਦੇ ਅੰਦਰ ਐਸਾ ਛੇਕ ਪੈਦਾ ਹੁੰਦਾ ਏ ਜਿਹਦੇ ਵਿੱਚੋਂ ਵਿਰਾਗ ਉਤਪੰਨ ਹੁੰਦਾ ਏ। ਜਿਸ ਵਿਰਾਗ ਦੇ ਬਾਬਤ ਫਿਰ ਬਾਬਾ ਫਰੀਦ ਜੀ ਕਹਿੰਦੇ ਨੇ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਣ ਮਸਾਣ। ਉਹ ਤਨ ਮਸਾਣਾ ਦੀ ਨਿਆਈ ਹੈ। ਇਸ ਕਰਕੇ ਗੁਰੂ ਸਵਾਰਿਓ ਇਹ ਸਤਿਗੁਰੂ ਸੂਰਮੇ ਜਦੋਂ ਕਿਰਪਾ ਕਰਦੇ ਨੇ ਨਾ, ਸਤਿਗੁਰ ਦੀ ਕਿਰਪਾ ਦੇ ਨਾਲ ਫਿਰ ਗੁਰੂ ਦੇ ਸ਼ਬਦ ਰਾਹੀਂ ਉਹ ਜੀਵ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਮਾਰ ਲੈਂਦਾ, ਵਿਸ਼ਿਆਂ ਵੱਲੋਂ ਮਾਰ ਲੈਂਦਾ ਹੈ। ਜਿਹਨੇ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਮਾਰ ਲਿਆ, ਫਿਰ ਪਾਤਸ਼ਾਹ ਕਹਿੰਦੇ ਨੇ ਸੋਈ ਜਨ ਪੂਰਾ, ਉਹ ਜਨ ਪਿਆਰਾ ਪੂਰਾ ਅਧੂਰਾ ਨਹੀਂ ਹੈ। ਕਿਉਂਕਿ ਉਹਨੇ ਪੂਰੇ ਦੀ ਆਰਾਧਨਾ ਕੀਤੀ। ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਕਹਿੰਦੇ ਪੂਰੇ ਨੂੰ ਪ੍ਰਾਪਤ ਕਰ ਲਿਆ ਪੂਰੇ ਦੇ ਗੁਣ ਗਾ ਗਾ ਕੇ। ਤੇ ਪੂਰੇ ਦੇ ਗੁਣ ਗਾ ਕਿਵੇਂ ਗਾਣੇ ਨੇ? ਸਤਿਗੁਰੂ ਕਹਿੰਦੇ ਨੇ ਪੂਰੇ ਗੁਰ ਕਾ ਸੁਣੋ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾ ਸਾ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਆਸ ਅਨਿਤ ਤਿਆਗੋ ਤਰੰਗ, ਸੰਤ ਜਨਾਂ ਕੀ ਧੂਰ ਮਨ ਮੰਗ, ਆਪ ਛੋੜ ਬੇਨਤੀ ਕਰੋ। ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ, ਹਰ ਧਨ ਕੇ ਪਰ ਲਿਹੋ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਜਦੋਂ ਅਸੀਂ ਇਸ ਤਰ੍ਹਾਂ ਆਪਣੇ ਜੀਵਨ ਨੂੰ ਬਤੀਤ ਕਰਨ ਲੱਗ ਪਏ, ਪੂਰੇ ਗੁਰੂ ਦੇ ਉਪਦੇਸ਼ ਅਨੁਸਾਰ ਆਪਣੇ ਜੀਵਨ ਆਪਾਂ ਹੰਢਾਉਣ ਲੱਗ ਪਏ, ਤੇ ਸੱਚ ਜਾਣਿਓ ਫਿਰ ਅਸੀਂ ਉਸ ਪ੍ਰਭੂ ਦੇ ਪਿਆਰੇ ਬਣ ਜਾਵਾਂਗੇ, ਉਹਦੇ ਜਨ ਹੋਵਾਂਗੇ, ਤੇ ਸਾਡੇ ਅਧੂਰੇ ਨਹੀਂ ਮੈਂ ਪੂਰੇ ਹੋ, ਪੂਰੇ ਦੇ ਲੜ ਲਾ ਕੇ ਆਪਾਂ ਵੀ ਪੂਰੇ ਹੋ ਜਾਵਾਂਗੇ। ਕਹਿੰਦੇ ਸਤਿਗੁਰ ਆਖ ਸੁਣਾਏ ਸੂਰਾ। ਇਹ ਜੋ ਬਚਨ ਆਪ ਜੀ ਨੇ ਸ਼ਰਵਣ ਕੀਤੇ ਨੇ, ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਭਾਈ ਇਹ ਬਚਨ ਮੈਂ ਆਪ ਨਹੀਂ ਕਰ ਰਿਹਾ, ਇਹ ਸਤਿਗੁਰ ਜੀ ਕਹਿ ਗਏ ਨੇ, ਵੱਡੇ ਸਤਿਗੁਰੂ ਆਖ ਗਏ ਹਨ। ਸਤਿਗੁਰ ਨੇ ਆਖਣਾ ਕੀਤਾ, ਜਿਹੜਾ ਸੂਰਮਾ ਸਤਿਗੁਰੂ ਹਨ ਉਹਨਾਂ ਨੇ ਬਚਨ ਕੀਤੇ ਹਨ, ਤੇ ਉਹਨਾਂ ਦੇ ਬਚਨਾਂ ਦੇ ਰਾਹੀਂ ਫਿਰ ਇਹ ਜੀਵਨ 'ਚ ਪਲਟਾ ਵੱਜਿਆ ਏ। ਇਸ ਕਰਕੇ ਜਿਹੜਾ ਸਤਿਗੁਰੂ ਜੀ ਹਨ ਉਹ ਸੂਰਮੇ ਸਤਿਗੁਰੂ ਜੀ ਹਨ, ਜੋ ਬਚਨ ਕਰਦੇ ਹਨ ਉਹਨਾਂ ਬਚਨਾਂ ਨੂੰ ਫਿਰ ਉਲਟਾਉਂਦੇ ਨਹੀਂ ਗੁਰੂ ਸਵਾਰਿਓ। ਇੱਕ ਵਾਰੀ ਬਚਨ ਕਰ ਦਿੱਤੇ ਉਹਨਾਂ ਉੱਤੇ ਫਿਰ ਉਹ ਪਹਿਰਾ ਦਿੰਦੇ ਹਨ। ਆਪਣੇ ਸਿੱਖਾਂ ਨੂੰ ਵੀ ਕਹਿੰਦੇ ਭਾਈ ਪਹਿਰਾ ਦੇਣਾ ਕਰੋ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਇਹ ਬਚਨ ਕੀਤੇ ਹਨ। ਤੇ ਸਤਿਗੁਰੂ ਅਗਲੀ ਪੰਕਤੀ 'ਚ ਬਖਸ਼ਿਸ਼ ਕਰਦੇ ਹਨ, ਕਾਇਆ ਅੰਦਰ ਅੰਮ੍ਰਿਤ ਸਰ ਸਾਚਾ, ਮਨ ਪੀਵੈ ਭਾਏ ਸੁਭਾਈ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਹਨ, ਕਹਿੰਦੇ ਇਸੇ ਹੀ ਕਾਇਆ ਸਰੀਰ ਦੇ ਅੰਦਰ ਅੰਮ੍ਰਿਤ ਸਰ ਸਾਚਾ, ਅੰਮ੍ਰਿਤ ਦਾ ਸਰ ਸਰੋਵਰ ਹੈ। ਦੇਖੋ ਜਿਵੇਂ ਸਾਡਾ ਕੇਂਦਰੀ ਸਥਾਨ ਹੈ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ। ਹਰਿਮੰਦਰ ਸਾਹਿਬ ਜਿਹੜਾ ਸਰੋਵਰ ਦੇ ਵਿਚਕਾਰ ਬਣਾਇਆ ਗੁਰੂ ਅਰਜਨ ਦੇਵ ਮਹਾਰਾਜ ਨੇ, ਤੇ ਬਾਹਰ ਅੰਮ੍ਰਿਤ ਦਾ ਸਰੋਵਰ ਹੈ, ਤੇ ਅੰਦਰ ਉਹ ਸੱਚਖੰਡ ਹੈ ਜਿੱਥੇ ਬੈਠ ਕੇ ਪਰਮਾਤਮਾ ਦੇ ਗੁਣਾਂ ਦਾ ਗਹਿਣ ਕੀਤਾ ਜਾ ਰਿਹਾ, ਇਲਾਹੀ ਬਾਣੀ ਦਾ ਕੀਰਤਨ ਹੋ ਰਿਹਾ ਹੈ। ਤੇ ਸਤਿਗੁਰੂ ਨੇ ਸਾਨੂੰ ਸਮਝਾਇਆ ਹੈ, ਕਹਿੰਦੇ ਜਿਹੜਾ ਹਰਿਮੰਦਰ ਤੂੰ ਬਾਹਰ ਦੇਖ ਰਿਹਾ ਨਾ, ਜਿਹੜਾ ਬਾਹਰ ਨਕਸ਼ਾ ਬਣਿਆ ਹੋਇਆ,
ਇਹ ਹਰਮੰਦਰ ਤੇਰੇ ਅੰਦਰ ਵੀ ਹੈ, ਪਰ ਤੇਰੇ ਕੋਲ ਦੇਖਣ ਵਾਲੀ ਅੱਖ ਨਹੀਂ ਹੈ। ਜਦੋਂ ਤੂੰ ਗੁਰੂ ਦੀ ਸਿੱਖਿਆ ਅਨੁਸਾਰ ਚੱਲੇਗਾ ਨਾ, ਜਿਵੇਂ ਗੁਰੂ ਪਾਤਸ਼ਾਹ ਬਚਨ ਕਰਦੇ ਨੇ, ਗੁਰੂ ਦੇ ਬਚਨਾਂ ਉੱਤੇ ਪਹਿਰਾ ਦੇਵੇਗਾ, ਅਭਿਆਸ ਕਰਦਾ ਜਾਵੇਗਾ, ਇੱਕ ਦਿਨ ਤੈਨੂੰ ਇਹੀ ਹਰਮੰਦਰ ਅੰਦਰੋਂ ਦਿਖਾਈ ਦੇਵੇਗਾ। ਫਿਰ ਤੈਨੂੰ ਕਿਤੇ ਬਾਹਰ ਨਹਾਉਣ ਦੀ ਲੋੜ ਨਹੀਂ ਪਵੇਗੀ। ਤੂੰ ਨਾਮ ਅੰਮ੍ਰਿਤ ਦੇ ਵਿੱਚ ਨਿੱਤਾ ਪ੍ਰਤੀ ਹਰ ਪਲ ਹਰ ਸਮੇਂ ਤੂੰ ਇਸ਼ਨਾਨ ਕਰਦਾ ਰਹੇਗਾ। ਉਸ ਹਰਮੰਦਰ ਦੀ ਪਾਤਸ਼ਾਹ ਗੱਲ ਕਰਦੇ ਨੇ, ਕਹਿੰਦੇ ਨੇ ਭਾਈ ਇਸੇ ਹੀ ਕਾਇਆ ਦੇ ਅੰਦਰ ਹਰਮੰਦਰ ਹੈ, ਅੰਮ੍ਰਿਤ ਦਾ ਸਰੋਵਰ ਭਰਿਆ ਹੋਇਆ ਹੈ, ਸੱਚ ਦਾ ਸਰੋਵਰ ਹੈ। ਕਹਿੰਦੇ ਮਨ ਪੀਵੈ ਭਾਏ ਸੁਭਾਈ ਹੈ। ਜਿਹੜੇ ਪ੍ਰਭੂ ਦੇ ਪਿਆਰੇ ਜਗਿਆਸੂ ਜਨ ਹਨ ਨਾ, ਅਭਿਆਸ ਕਰਦੇ ਹਨ, ਮੂਲ ਮੰਤਰ ਗੁਰ ਮੰਤਰ ਜਪਦੇ ਨੇ, ਬਾਣੀ ਪੜ੍ਹਦੇ ਹਨ, ਅੰਮ੍ਰਿਤ ਵੇਲੇ ਉੱਠਦੇ ਨੇ, ਉਹ ਮਾਨੋ ਇਸ ਤਰ੍ਹਾਂ ਇਸ ਨਾਮ ਰੂਪੀ ਅੰਮ੍ਰਿਤ ਨੂੰ ਬੜੇ ਭਾਏ ਪ੍ਰੇਮ ਨਾਲ ਪੀ ਰਹੇ ਹਨ। ਸੁੱਤੇ ਸਿੱਧ ਹੀ ਇਸ ਤਰ੍ਹਾਂ ਨੂੰ ਇਹ ਨਾਮ ਰੂਪੀ ਅੰਮ੍ਰਿਤ ਪ੍ਰਾਪਤ ਹੋ ਰਿਹਾ, ਅਤੇ ਇਹੋ ਜਿਹੇ ਪਿਆਰੇ ਫਿਰ ਮਾਲਕ ਦੇ ਦਰ 'ਤੇ ਪ੍ਰਵਾਨ ਹੁੰਦੇ ਨੇ। ਹੁਣ ਆਪਾਂ ਆਪਣੇ ਮਨਾਂ ਵੱਲ ਝਾਤੀਆਂ ਮਾਰੀਏ, ਸਾਡੀ ਹਾਲਤ ਕੈਸੀ ਹੈ। ਅਤੇ ਸਤਿਗੁਰੂ ਦਾ ਕਹਿੰਦੇ ਨਾਮ ਅੰਮ੍ਰਿਤ ਤੇਰੇ ਹਿਰਦੇ ਅੰਦਰ ਹੈ, ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧ ਨਾ ਪਾਇਆ, ਜਿਉ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਤੇਰੀ ਹਾਲਤ ਐਸੀ ਹੈ, ਨਾਮ ਅੰਮ੍ਰਿਤ ਤੇਰੇ ਅੰਦਰ ਹੀ ਹੈ, ਨਕਾ ਨਕ ਭਰਿਆ ਹੋਇਆ, ਪਰ ਤੈਨੂੰ ਪ੍ਰਾਪਤ ਨਹੀਂ ਹੋ ਰਿਹਾ ਹੈ। ਕਾਰਨ ਕੀ ਹੈ? ਕਿਉਂਕਿ ਤੂੰ ਗੁਰੂ ਦੇ ਦੱਸੇ ਹੋ ਉਪਦੇਸ਼ ਨੂੰ ਕਮਾ ਜ਼ਰੂਰ ਰਿਹਾ ਹੈ। ਆਪਾਂ ਕਮਾ ਰਹੇ ਹਾਂ, ਸੱਚ ਹੈ। ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ, ਬਾਣੀ ਪੜ੍ਹਨੀ, 5 ਬਾਣੀ ਨਿਤਨੇਮ ਕਰਨਾ, ਸ਼ਾਮ ਨੂੰ ਸੋਦਰ ਪੜ੍ਹਨੀ ਹੈ, ਸੋਹਲਾ ਸਾਹਿਬ ਪੜ੍ਹਨਾ ਹੈ, ਇਹ ਗੁਰੂ ਦਾ ਹੁਕਮ ਹੈ। ਆਪਾਂ ਕਮਾ ਰਹੇ ਹਾਂ ਸਾਰੇ, ਬੜੀ ਬਖਸ਼ਿਸ਼ ਹੈ। ਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਬਚਨ ਕਮਾਏ ਨਹੀਂ ਜਾ ਸਕਦੇ ਹਨ। ਪਰ ਸਾਡੀ ਹਾਲਤ ਪਤਾ ਕੈਸੀ ਹੈ? ਸਾਡੀ ਹਾਲਤ ਇਹੋ ਜਿਹੀ ਹੈ, ਕਹਿੰਦੇ ਜਿਵੇਂ ਇੱਕ ਰੱਬ ਦਾ ਪਿਆਰਾ ਫਕੀਰ ਸੂਫੀ ਸੰਤ ਜਾ ਰਿਹਾ, ਸੂਫੀ ਸੰਤ ਜਾ ਰਿਹਾ, ਸਾਹਮਣੇ ਇੱਕ ਮਸਜਿਦ ਵਿੱਚ ਪਹੁੰਚ ਗਿਆ। ਉਸ ਮਸਜਿਦ ਵਿੱਚ ਕਹਿੰਦੇ ਮੌਲਾਨੇ ਇਕੱਠੇ ਹੋਏ ਨੇ, ਕਾਜੀ ਇਕੱਠੇ ਹੋਏ ਨੇ, ਅਤੇ ਉੱਥੋਂ ਦਾ ਜਿਹੜਾ ਬਾਦਸ਼ਾਹ ਸੀ, ਬਾਦਸ਼ਾਹ ਵੀ ਜੁਮੇ ਦੀ ਨਮਾਜ਼ ਅਦਾ ਕਰਨ ਵਾਸਤੇ ਆਇਆ, ਅਤੇ ਸੂਫੀ ਸੰਤ ਵੀ ਉੱਥੇ ਚਲਿਆ ਗਿਆ। ਅਤੇ ਸੂਫੀ ਸੰਤ ਨੇ ਉਹਨਾਂ ਨੂੰ ਦੇਖ ਕੇ ਆਖਿਆ ਕਾਫਰ। ਉਹ ਨਮਾਜ਼ ਅਦਾ ਕਰ ਰਹੇ ਨੇ ਅਤੇ ਕੋਲ ਜਾ ਕੇ ਖਲੋ ਗਿਆ, ਕਹਿਣ ਲੱਗਿਆ ਕਾਫਰ ਲੋਕ। ਕਾਜੀ ਮੁਲਾਨੇ ਅੱਗ ਬਬੂਲੇ ਹੋ ਗਏ ਕਿ ਸਾਨੂੰ ਕਾਫਰ ਆਖਣਾ ਕੀਤਾ, ਕਿਉਂ ਆਖਿਆ ਹੈ? ਕਹਿਣ ਲੱਗੇ ਬਾਦਸ਼ਾਹ ਸਲਾਮਤ, ਦੇਖੋ ਇਹ ਸੂਫੀ ਸੰਤ ਕੀ ਆਖ ਰਿਹਾ, ਸਾਨੂੰ ਕਾਫਰ ਆਖ ਰਿਹਾ ਹੈ। ਅਤੇ ਬਾਦਸ਼ਾਹ ਕਹਿਣ ਲੱਗੇ ਕੋਈ ਗੱਲ ਨਹੀਂ, ਰੱਬ ਦੇ ਪਿਆਰਿਆਂ ਦੀ ਮੌਜ ਹੁੰਦੀ ਹੈ, ਜੇ ਬਚਨ ਕਰਦੇ ਕੋਈ ਗੱਲ ਨਹੀਂ, ਆਪਾਂ ਇਹਨਾਂ ਦੇ ਕਹਿਣ ਨਾਲ ਕਾਫਰ ਤਾਂ ਨਹੀਂ ਬਣ ਸਕਦੇ। ਅਤੇ ਗੁਰੂ ਸਵਾਰਿਓ ਸਮਾਂ ਲੰਘਿਆ। ਕਹਿੰਦੇ ਇੱਕ ਦਿਨ ਕੋਈ ਮਨੁੱਖ ਚੜ੍ਹਾਈ ਕਰ ਗਿਆ, ਮਨੁੱਖ ਦੀ ਮੌਤ ਹੋਈ ਹੈ। ਉਹਦੀ ਡੈੱਡ ਬੋਡੀ ਨੂੰ 4 ਕਾਹਨੇ ਲੱਗੇ ਹੋਏ ਨੇ, ਚੁੱਕ ਕੇ ਲਿਜਾ ਰਹੇ ਹਨ। ਅਤੇ ਅੱਗੋਂ ਦੇਖ ਕੇ ਗੁਰੂ ਸਵਾਰਿਓ ਇਹ ਜਿਹੜਾ ਸੂਫੀ ਸੰਤ ਅੱਗੇ ਰਸਤੇ ਵਿੱਚ ਮਿਲਿਆ, ਉਹ ਦੇਖ ਕੇ ਉਹ ਲੇਟ ਗਿਆ ਧਰਤੀ ਉੱਤੇ। ਆਮ ਤੌਰ 'ਤੇ ਜਦੋਂ ਮੁਰਦਾ ਟੱਪਦਾ, ਕੋਈ ਡੈੱਡ ਬੋਡੀ ਜਾਂਦੀ ਹੈ ਨਾ, ਆਪਾਂ ਦੇਖਦੇ ਹਾਂ ਪਿੰਡਾਂ ਵਿੱਚ ਖਲੋਤੇ ਖੜ੍ਹੇ, ਉਸ ਸਮੇਂ ਬੈਠੇ ਹੁਣ ਖੜ੍ਹੇ ਹੋ ਜਾਂਦੇ ਨੇ, ਪਰ ਇਹ ਉਸ ਸਮੇਂ ਲੇਟ ਗਿਆ। ਜੇ ਮੁਰਦਾ ਪੈਂਦਾ ਨਾ, ਇਸ ਤਰ੍ਹਾਂ ਮੁਰਦੇ ਵਾਂਗ ਧਰਤੀ ਉੱਤੇ ਪੈ ਗਿਆ। ਅਤੇ ਜਿੰਨੇ ਵੀ ਲੋਕ ਸਨ, ਲੋਕਾਂ ਨੇ ਜਾ ਕੇ ਬਾਦਸ਼ਾਹ ਕੋਲ ਸ਼ਿਕਾਇਤ ਕਰ ਦਿੱਤੀ ਕਿ ਬਾਦਸ਼ਾਹ ਸਲਾਮਤ, ਦੇਖੋ ਇਹ ਕੀ ਕਰ ਰਿਹਾ। ਇਹ ਸੂਫੀ ਸੰਤ ਨੇ ਅੱਜ ਮੁਰਦਾ ਜਾ ਰਿਹਾ ਸੀ ਅਤੇ ਸੂਫੀ ਸੰਤ ਧਰਤੀ ਉੱਤੇ ਲੇਟ ਗਿਆ। ਅਤੇ ਬਾਦਸ਼ਾਹ ਨੇ ਫਿਰ ਆਖਿਆ ਕੋਈ ਗੱਲ ਨਹੀਂ, ਰੱਬ ਦਾ ਪਿਆਰਾ ਏ,
ਉਹ ਆਪਣੀ ਮੌਜ ਦੇ ਵਿੱਚ ਹੈ। ਕਹਿੰਦੇ ਕੁਝ ਦਿਨ ਹੋਰ ਬਤੀਤ ਹੋਏ, ਕੁਝ ਦਿਨਾਂ ਬਾਅਦ ਕਹਿੰਦੇ ਨੇ ਇਹਨੂੰ ਕਿਸੇ ਨੇ ਖਾਣ ਲਈ ਭੋਜਨ ਦੇਣਾ ਕੀਤਾ। ਜਿਹੜਾ ਭੋਜਨ ਦੇਣ ਲੱਗਿਆ ਉਹ ਸੀ ਮੁਸਲਮਾਨ। ਮੁਸਲਮਾਨ ਦੇ ਹੱਥੋਂ ਭੋਜਨ ਨਹੀਂ ਲਿਆ, ਹਿੰਦੂ ਦੇ ਹੱਥੋਂ ਭੋਜਨ ਲੈ ਲਿਆ। ਕਹਿਣ ਲੱਗੇ ਤੇਰੇ ਹੱਥਾਂ ਦਾ ਨਹੀਂ ਖਾਣਾ, ਮੈਂ ਇਹਦੇ ਹੱਥਾਂ ਦਾ ਖਾਵਾਂਗਾ। ਤੇ ਬਾਦਸ਼ਾਹ ਦੇ ਕੋਲ ਫਿਰ ਜਾ ਕੇ ਸ਼ਿਕਾਇਤ ਕੀਤੀ ਗਈ ਕਿ ਬਾਦਸ਼ਾਹ ਦੇਖੋ, ਸਾਡੇ ਹੱਥੋਂ ਨਹੀਂ ਖਾਣਾ ਕੀਤਾ, ਜਿਹਨੂੰ ਤੁਸੀਂ ਕਾਫਰ ਆਖਦੇ ਹੋ, ਹਿੰਦੂਆਂ ਨੂੰ ਕਾਫਰ ਆਖਦੇ ਅਸਲ ਵਿੱਚ, ਉਹਨਾਂ ਦੇ ਹੱਥੋਂ ਭੋਜਨ ਲੈ ਕੇ ਖਾ ਲਿਆ। ਇਹਦੀ ਗੱਲ ਸਮਝ ਨਹੀਂ ਆਉਂਦੀ ਹੈ। ਤੇ ਬਾਦਸ਼ਾਹ ਕਹਿਣਾ ਕੋਈ ਗੱਲ ਨਹੀਂ, ਰੱਬ ਦਾ ਪਿਆਰਾ ਏ, ਆਪਣੀ ਮੌਜ ਵਿੱਚ ਹੁੰਦੇ ਨੇ, ਕੋਈ ਗੱਲ ਨਹੀਂ। ਫਿਰ ਗੁਰੂ ਸਵਾਰਿਓ ਕਹਿੰਦੇ ਇਹ ਸੁਨਿਆਰੇ ਦੀ ਦੁਕਾਨ ਉੱਤੇ ਗਿਆ। ਸੁਨਿਆਰੇ ਦੀ ਦੁਕਾਨ ਉੱਤੇ ਪਹੁੰਚਿਆ ਤੇ ਜਾ ਕੇ ਸੁਨਿਆਰੇ ਨੂੰ ਆਖਣ ਲੱਗਿਆ ਕਿ ਮੇਰੀ ਚੀਚੀ ਵਿੱਚ ਪਾਉਣ ਦੇ ਲਈ ਖੁਦਾ ਦੀ ਮੁੰਦਰੀ ਮੈਨੂੰ ਦੇਣਾ ਕਰ, ਖੁਦਾ ਦੀ ਛਾਪ ਦੇ। ਤੇ ਉੱਥੇ ਜਿਹੜੇ ਬਾਦਸ਼ਾਹ ਦੇ ਅਹਿਲਕਾਰ ਬੈਠੇ ਹੋਏ ਸਨ, ਸਿਪਰ ਸਲਾਹ ਬੈਠੇ ਹੋਏ ਸਨ, ਉਹਨਾਂ ਨੇ ਸੁਣਿਆ। ਜਾ ਕੇ ਬਾਦਸ਼ਾਹ ਨੂੰ ਫਿਰ ਸਕੇ, ਬਾਦਸ਼ਾਹ ਸਲਾਮਤ, ਹੁਣ ਤਾਂ ਹੱਦ ਹੀ ਹੋ ਗਈ ਹੈ। ਅੱਜ ਤਾਂ ਉਹਨੇ ਉਸ ਸੂਫੀ ਸੰਤ ਨੇ ਇੱਥੋਂ ਤੱਕ ਆਖ ਦਿੱਤਾ ਕਿ ਖੁਦਾ ਦੀ ਉਂਗਲੀ ਮੈਨੂੰ ਦੇਣਾ ਕਰ, ਖੁਦਾ ਦੀ ਮੁੰਦਰੀ। ਤੇ ਬਾਦਸ਼ਾਹ ਕਹਿਣ ਲੱਗਾ ਚਲੋ ਫਿਰ ਉਸ ਸੂਫੀ ਸੰਤ ਨੂੰ ਸਾਡੇ ਕੋਲ ਲੈ ਕੇ ਆਵੋ। ਸਿਪਾਹੀ ਗਏ, ਕਹਿਣ ਲੱਗੇ ਸੰਤ ਜੀ ਤੁਹਾਨੂੰ ਬਾਦਸ਼ਾਹ ਸਲਾਮਤ ਯਾਦ ਕਰਦਾ ਏ। ਮਹਾਂਪੁਰਖ ਕਹਿਣ ਲੱਗੇ ਕਿ ਮੈਨੂੰ ਕੀ, ਮੇਰਾ ਕੀ ਬਾਦਸ਼ਾਹ, ਮੈਂ ਕੀ ਲੈਣਾ ਬਾਦਸ਼ਾਹ ਪਾਸੋਂ, ਮੈਂ ਰੱਬ ਦਾ ਪਿਆਰਾ ਫਕੀਰ ਹਾਂ, ਨਾਮ ਰੰਗ ਜੰਗਿਆ ਹੋਇਆ। ਇਹੋ ਜਿਹੇ ਕਈ ਬਾਦਸ਼ਾਹ ਤੇ ਕਈ ਚਲੇ ਗਏ। ਕਹਿਣ ਲੱਗੇ ਨੇ ਤੁਹਾਨੂੰ ਜਾਣਾ ਪਵੇਗਾ, ਤੁਹਾਡੀ ਕਿਸੇ ਨੇ ਸ਼ਿਕਾਇਤ ਕੀਤੀ ਹੈ, ਤੁਸੀਂ ਆਪਣੇ ਸਵਾਲ, ਤੁਹਾਨੂੰ ਸਵਾਲ ਪੁੱਛੇ ਜਾਣ, ਉੱਤਰ ਜਾ ਕੇ ਦਿਓ। ਕਹਿੰਦੇ ਨੇ ਉਹ ਸੂਫੀ ਸੰਤ ਬਾਦਸ਼ਾਹ ਦੀ ਕਚਹਿਰੀ ਵਿੱਚ ਜਾ ਕੇ ਪਹੁੰਚੇ ਆ। ਤੇ ਬਾਦਸ਼ਾਹ ਨੇ ਫਿਰ ਉਸ ਸਮੇਂ ਕੱਲਾ ਕੱਲਾ ਸਵਾਲ ਕੀਤਾ। ਕਹਿਣ ਲੱਗਿਆ ਕਿ ਸੰਤ ਜੀ ਤੁਹਾਡੀਆਂ ਸ਼ਿਕਾਇਤਾਂ ਮੇਰੇ ਕੋਲ ਬਾਰ-ਬਾਰ ਪਹੁੰਚ ਰਹੀਆਂ ਨੇ, ਤੁਹਾਡੀਆਂ ਸ਼ਿਕਾਇਤਾਂ ਪਹੁੰਚੀਆਂ ਨੇ, ਜਿਸ ਕਰਕੇ ਮੈਂ ਤੁਹਾਨੂੰ ਹੁਣ ਇੱਥੇ ਸੱਦਿਆ। ਤੁਹਾਨੂੰ ਜਾਂ ਤਾਂ ਤੁਹਾਨੂੰ ਮੈਂ ਸਵਾਲ ਕਰਾਂਗਾ ਕਿਹੜਾ ਕਿਹੜਾ ਦੋਸ਼ ਤੁਹਾਡੇ ਉੱਤੇ ਲੱਗਿਆ ਹੈ, ਤੁਸੀਂ ਆਪਣਾ ਜਿਹੜਾ ਪੱਖ ਪੇਸ਼ ਕਰਕੇ ਦੱਸੋ ਕਿ ਤੁਸੀਂ ਗੁਨਾਹਗਾਰ ਹੈ ਕਿ ਨਹੀਂ ਗੁਨਾਹਗਾਰ ਹੋ। ਸੂਫੀ ਸੰਤ ਕਹਿਣ ਲੱਗੇ ਸਵਾਲ ਕਰੋ, ਦੱਸੋ ਕਿਹੜੀ ਮੇਰੀ ਗਲਤੀ ਹੈ। ਕਹਿਣ ਲੱਗੇ ਪਹਿਲੀ ਗਲਤੀ ਤੇਰੀ ਇਹ ਹੈ ਕਿ ਜੁਮੇ ਵਾਲੇ ਦਿਨ ਅਸੀਂ ਨਮਾਜ਼ ਅਦਾ ਕਰ ਰਹੇ ਸਨ, ਮੇਰੇ ਨਾਲ ਕਾਜੀ ਮੁਲਾਨੇ ਸਨ, ਤੇ ਤੂੰ ਉੱਥੇ ਆਖਿਆ ਕਾਫਰ। ਤੇ ਕਾਫਰ ਕਿਉਂ ਆਖਣਾ ਕੀਤਾ, ਅਸੀਂ ਤਾਂ ਨਮਾਜ਼ ਅਦਾ ਕਰਦੇ ਸੀ। ਕਹਿਣ ਲੱਗਿਆ ਬਾਦਸ਼ਾਹ ਸਲਾਮਤ, ਮੈਂ ਹੁਣ ਵੀ ਕਹਿੰਦਾ, ਉਦੋਂ ਨਹੀਂ, ਉਦੋਂ ਤਾਂ ਆਖਿਆ, ਮੈਂ ਹੁਣ ਵੀ ਆਖਦਾ ਹਾਂ। ਕਹਿਣ ਲੱਗੇ ਕਿਉਂ ਆਖ ਰਿਹਾ। ਕਹਿਣ ਲੱਗੇ ਇਸਲਾਮ ਦੇ ਵਿੱਚ ਇਹ ਲਿਖਿਆ ਹੋਇਆ ਏ ਕਿ 5 ਨਮਾਜ਼ਾਂ 5 ਵਕਤ, ਪੰਜੇ ਪੰਜਾ ਨਾਉ, ਕਿ 5 ਨਮਾਜ਼ਾਂ 5 ਸਮੇਂ ਨਮਾਜ਼ ਅਦਾ ਕੀਤੀ ਜਾਂਦੀ ਹੈ। ਤੇ ਬਾਦਸ਼ਾਹ ਸਲਾਮਤ, ਪਰ 5 ਸਮੇਂ ਨਮਾਜ਼ ਅਦਾ ਕਰਨ ਤੋਂ ਬਾਅਦ ਖੁਦਾ ਨੂੰ ਭੁੱਲ ਜਾਣਾ, ਕੀ ਇਹ ਫਿਰ ਸਿਆਣਪ ਵਾਲੀ ਗੱਲ ਹੈ। ਕਹਿੰਦੇ ਮੈਂ ਕਾਫਰ ਇਸ ਕਰਕੇ ਆਖਿਆ ਕਿ ਸਮੇਂ ਸਿਰ ਨਮਾਜ਼ ਤਾਂ ਅਦਾ ਕਰਦੇ ਹੋ 5 ਸਮੇਂ,
पर नवाज अदा करन तो बाद फिर खुदा नूं भुल जाते हो तुसीं। इस करके तुहानूं मैं काफर आखिया है। क्योंकि आपां हुण अपने मनां वल झातियां मारीए, आपां भी पंजां बाणियां दा नितनेम अंमृत वेले कर लैंदे आ ते बाद विच फिर गुरु पातशाह नूं भुल जाते हैं कि साडे गुरु का हुक्म की है, गुरु ने सानू की आख्या ते आपां की करदे हैं। कहण लगे इस करके काफर आखना कीता। फिर दूजा सवाल किया, कहण लगे जदों मुरदा जा रहा सी, तुहाडी शिकायत आई है मेरे कोले ते मुरदा जा रहा सी, तुसीं मुरदे नूं देख के जाके लेट गए। ये कित्थों दी सियाणप है? आम तौर पर मुरदा जावे तो उदों मनुख खड़ा हुंदा है ते उदों भी कहण लग्या कि बादशाह इहदे विच ही मेरा कसूर कोई नहीं। डैड बॉडी जा रही है, मुरदा जा रहा, सामने मैं मुरदे नूं आंदे नूं देखिया, लेटिया होया आ रहा। तो फिर मैं अपने मन नाल गल कीती कि मना तू भी मुरदा ही है, तू जिउंदा जागदा मुरदा है, ਉਹਦੇ ਵਿੱਚ ਜਿੰਦ निकल गई, इस करके तू भी लेटना कर, तैमी तेरे उत्ते भी एक दिन समा आना। इस करके बादशाह मैं लेटिया सी। दूजे सवाल का उत्तर दे दिता। ते तीजा सवाल किया, कहण लगे तुसीं आखिया सी जदों कोई तुहानूं रोटी कोई देण लग्या, भोजन देण लग्या, तुसीं मुसलमान दे हत्थों नहीं खाना कीता ते हिंदू दे हत्थों खाधा है, कारण की है? ते अगों बड़ा सोहना उत्तर देना कीता। कहण लग्या बादशाह सलामत, राज किहदा है? कहण लगे इस्लाम दा, मोमनां दा। मोमनां दे राज विच जुल्म हो रहा है, मोमनां दे राज दे विच अत्याचार हो रहा है। ते मैं देखिया जिहड़ा भोजन वंड रहा सी ना, रोटी वंड रहा सी, असल विच ਉਹ जुलमी सी। जुल्म दे हत्थां नाल कमाई हुई रोटी रब दे प्यारे फकीर नूं शोभदी नहीं है। इस करके मैं प्रवान नहीं कीती। जिहदे हत्थों मैं खाना कीती ਉਹ चाहे हिंदू सी, चाहे होर सी, चाहे वो मुसलमान भी हुंदा, ते मैं देखना कीता ये मनुख किरती है, 10 नूहां दी किरत करन वाला है। इस करके मैं उहदे हत्थों खाना कीती है। फिर चौथा सवाल, कहण लगे ये दसो, फिर तुसीं जदों सुनियारी दी दुकान उत्ते गए ते उदों तुसीं आख्या खुदा दी उंगल विचों, खुदा दी उंगल लई छाप देना करो। ये क्यों आखिया? ते लैनी छाप तुसीं अपने वास्ते सी, नाम खुदा दा वरतिया। ते अगों रब दे प्यारे फकीर ने उत्तर देना कीता। कहण लग्या बादशाह सलामत, ये शरीर किहदा है? कहण लग्या ये तेरा। इनू बनाया किने है? कहण लग्या खुदा ने। कहते जे खुदा ने बनाया, जिहड़ा बनाउंदा वो मालक हुंदा है। इस करके मेरे शरीर का कला कला अंग खुदा दा बनाया होया ते खुदा दी उंगल सी, ते खुदा ने खुदा दी उंगल विच ही छाप पहनानी सी। इस करके उत्थे मैं वचन कीता है ते तसल्ली करा दित्ती। सो कहण दा भाव है गुरु सवारियो कि जदों असी साडी ये आदत बन चुकी है कि असी सुबह शाम नितनेम कर लेंदे ते दिन वेले अपने गुरु नूं भुल जांदे, परमेश्वर नूं भुल जांदे। इस तरह का जीवन नहीं सतगुरु प्रवान। सतगुरु कहंदे ने ऊठत बैठत सोवत नाम, कहो नानक जन कै सद काम। असल विच जीव दा जीवन इहो जिहा होना चाहिए जिथे दोनों समय आपां नित दा नियम निभाना है, उत्थे अपना काम धंधियां करदियां होइयां भी अपने गुरु नूं चेते रखना कि गुरु मेरे नाल है। जो मैं कारज कर रहा हाँ, ये कारज मैं नहीं कर रहा, मेरे पासों मेरा गुरु करवा रहा है। गुरु करवा रहा, गुरु मेरे तो मेहनत मशक्कत करा रहा।
ਜੋ ਕੁਝ ਹੋ ਰਿਹਾ ਮੇਰੇ ਗੁਰੂ ਕਰਵਾ ਰਿਹਾ। ਫਿਰ ਜਦੋਂ ਆਪਾਂ ਗੁਰੂ ਨੂੰ ਚੇਤੇ ਰੱਖਾਂਗੇ, ਕਿਸੇ ਨਾਲ ਚੋਰੀ ਠੱਗੀ ਨਹੀਂ ਕਰਾਂਗੇ, ਕਿਸੇ ਨਾਲ ਜਾਰ ਮਾਰ ਨਹੀਂ ਕਰਾਂਗੇ, ਕੋਈ ਮਾੜਾ ਕੰਮ ਨਹੀਂ ਆਪਾਂ ਕਰਾਂਗੇ, ਆਪਣੇ ਆਪ ਹੀ ਮਾੜੇ ਕੰਮ ਵੱਲੋਂ ਤੋਬਾ ਹੋ ਜਾਵੇਗੀ ਜਦੋਂ ਗੁਰੂ ਨਾਲ ਹੋਵੇਗਾ, ਗੁਰੂ ਚੇਤੇ ਹੋਵੇਗਾ। ਤੇ ਇਸ ਤਰ੍ਹਾਂ ਸਤਿਗੁਰੂ ਇੱਥੇ ਬਚਨ ਕਰਦੇ ਹਨ, ਕਹਿੰਦੇ ਭਾਈ ਜਿਹੜੇ ਬਿਨ ਸਤਿਗੁਰ ਸੇਵੇ, ਕਹਿੰਦੇ ਇਸ ਤਰ੍ਹਾਂ ਹੀ ਕਿ ਕਾਇਆ ਅੰਦਰ ਅੰਮ੍ਰਿਤ ਸਰ ਸਾਚਾ, ਮਨ ਪੀਵੈ ਭਾਏ ਸੁਭਾਈ ਹੈ। ਹੁਣ ਜਿਹੜੇ ਹਰ ਸਮੇਂ ਆਪਣੇ ਗੁਰੂ ਨੂੰ ਚੇਤੇ ਕਰਦੇ ਨੇ, ਗੁਰੂ ਗੁਰੂ ਜਪਦੇ ਹਨ, ਉਹ ਆਪਣੀ ਕਾਇਆ, ਆਪਣੇ ਸਰੀਰ ਦੇ ਅੰਦਰ ਉਹਨਾਂ ਨੂੰ ਨਾਮ ਰੂਪੀ ਅੰਮ੍ਰਿਤ ਦਾ ਸਰ ਸਰੋਵਰ ਮਿਲ ਜਾਂਦਾ ਹੈ। ਉਹ ਮਨ ਪੀਵੈ, ਮਨ ਕਰਕੇ ਉਹ ਪੀਂਦੇ ਹਨ, ਉਹਦਾ ਮਨ ਪੀਂਦਾ ਉਸ ਨਾਮ ਰੂਪੀ ਅੰਮ੍ਰਿਤ ਨੂੰ, ਤੇ ਬੜੇ ਪ੍ਰੇਮ ਦੇ ਨਾਲ। ਇਸੇ ਤਰ੍ਹਾਂ ਹੀ ਉਸ ਮਾਲਕ ਵਿੱਚ ਉਹ ਨਾਮ ਜਪ ਕੇ, ਉਹਦੇ ਗੁਣ ਗਾ ਕੇ ਉਹਦੇ 'ਚ ਭੇਦ ਹੋ ਜਾਂਦੇ ਨੇ। ਸੁਤੇ ਸਿਦਰ ਉਹਨਾਂ ਨੂੰ ਫਿਰ ਇਹ ਨਾਮ ਰੂਪੀ ਅੰਮ੍ਰਿਤ ਪ੍ਰਾਪਤ ਹੁੰਦਾ ਹੈ। ਪੜ੍ਹ ਪੰਡਿਤ ਅਬਰਾ ਸਮਝਾਏ, ਘਰ ਜਲ ਤੇ ਕੀ ਖਬਰ ਨਾ ਪਾਏ। ਅਗਲੇ ਪਦੇ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਕਹਿੰਦੇ ਪੰਡਿਤ ਲੋਕਾਂ ਦੀ, ਜਿਹੜੇ ਵਿਦਵਾਨ ਪੁਰਸ਼ ਨੇ, ਉਹਨਾਂ ਦੀ ਗੱਲ ਕਰਦੇ ਨੇ। ਸਾਡੇ ਜਿਸ ਸਟੇਜਾਂ ਉੱਤੇ ਪੜ੍ਹ ਕੇ ਸੁਣਾ ਦੇਣਾ ਤੇ ਆਪ ਅਮਲ ਨਹੀਂ ਕਰਨਾ। ਕਬੀਰ ਅਬਰੈ ਕੋ ਉਪਦੇਸ਼ ਤੇ, ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖਤੇ, ਖਾਇਆ ਘਰ ਕਾ ਖੇਤ। ਇਹੋ ਜੀ ਹਾਲਤ ਤੇ ਸਤਿਗੁਰੂ ਕਹਿੰਦੇ ਪੰਡਿਤ ਬਣ ਗਿਆ, ਵਿਦਵਾਨ ਬਣ ਗਿਆ, ਧਾਰਮਿਕ ਗ੍ਰੰਥ ਪੜ੍ਹ ਕੇ ਅਵਰਾ ਸਮਝਾਏ, ਲੋਕਾਂ ਨੂੰ ਉਪਦੇਸ਼ ਦੇਣ ਲੱਗ ਪਿਆ। ਸਮਝਾਉਂਦਾ ਹੋਰਨਾਂ ਨੂੰ ਕਿ ਭਾਈ ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਪੂਜਾ ਕਰਨੀ ਹੈ, ਇਸ ਤਰ੍ਹਾਂ ਨਾਮ ਜਪਣਾ, ਇਸ ਤਰ੍ਹਾਂ ਅੰਮ੍ਰਿਤ ਵੇਲੇ ਉੱਠਣਾ ਹੈ। ਜਦੋਂ ਆਪਣੀ ਉੱਠਣ ਦੀ ਵਾਰੀ ਹੋਵੇ, ਆਪਣੀ ਬਾਣੀ ਪੜ੍ਹਨ ਦੀ ਵਾਰੀ ਹੋਵੇ, ਕਦੇ ਜਪਜੀ ਸਾਹਿਬ ਦਾ ਪਾਠ ਨਾ ਕੀਤਾ ਹੋਵੇ, ਇਹੋ ਜਿਹੀ ਹਾਲਤ ਹੈ। ਮਾਫ਼ ਕਰਨਾ, ਅੱਜ ਸਾਡੀ ਹਾਲਤ ਇਹ ਹੋ ਚੁੱਕੀ ਹੋਈ ਹੈ ਕਿ 98% ਜਿਹੜੇ ਪ੍ਰਚਾਰਕ ਨੇ, ਜਿਨ੍ਹਾਂ ਉੱਤੇ ਗੁਰੂ ਦੀ ਕਿਰਪਾ ਰਹਿਮਤ ਹੈ, ਬਹੁਤ ਦਰਜ ਐਸੇ ਵੀ ਹਨ ਜਿਹੜੇ ਨਾਮ ਬਾਣੀ ਦਾ ਅਭਿਆਸ ਕਰਦੇ ਨੇ, ਸਹਿਜ ਪਾਠ ਕਰਦੇ ਹਨ, ਸਿਮਰਨ ਕਰਦੇ ਹਨ, ਪਰ ਬਹੁਤ ਤਾਦਾਦ ਵਿੱਚ ਐਸੇ ਵੀ ਹਨ ਜਿਹੜੇ ਆਪ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਕਰਦੇ ਤੇ ਦੂਜਿਆਂ ਨੂੰ ਫਿਰ ਉਪਦੇਸ਼ ਦਿੰਦੇ ਫਿਰਦੇ ਨੇ। ਪੁਰਾਤਨ ਜਿਹੜੇ ਪ੍ਰਚਾਰਕ ਹੁੰਦੇ ਸਨ, ਗੁਰੂ ਪਾਤਸ਼ਾਹ ਨੇ ਥਾਪਣਾ ਕੀਤਾ ਸੀ, 22 ਬੰਜੀਆਂ ਤਾਪੀਆਂ, ਮਸੰਦ ਪ੍ਰਥਾ ਤੋਰੀ ਸਤਿਗੁਰੂ ਜੀ ਨੇ। ਇਹ ਜੀਵਨ ਵਾਲੇ ਸੀ, ਨਾਮ ਬਾਣੀ ਦੇ ਅਭਿਆਸੀ ਸਨ, ਅਭਿਆਸ ਕਰਦੇ ਸੀ ਤੇ ਅਭਿਆਸ ਕਰਨ ਉਪਰੰਤ ਫਿਰ ਦੂਜਿਆਂ ਨੂੰ ਉਪਦੇਸ਼ ਦਿੰਦੇ ਸੀ। ਗੁਰੂ ਸਵਾਰੇ ਜਦੋਂ ਉਪਦੇਸ਼ ਦਿੰਦੇ ਸੀ, ਉਹ ਉਪਦੇਸ਼ ਸੁਣਨ ਵਾਲਿਆਂ ਦੇ ਮਨਾਂ ਉੱਤੇ ਅਸਰ ਹੁੰਦਾ ਸੀ ਤੇ ਸੁਣਨ ਵਾਲੇ ਫਿਰ ਇਸ ਤਰ੍ਹਾਂ ਸੁਣ ਕੇ ਗੁਰੂ ਪਾਤਸ਼ਾਹ ਦੇ ਸਿੱਖ ਬਣ ਜਾਂਦੇ ਸਨ, ਸਿੱਖੀ ਦਾ ਪ੍ਰਚਾਰ ਅੱਗੇ ਕਰਨ ਲੱਗ ਪੈਂਦੇ ਸੀ। ਪਰ ਸਤਿਗੁਰੂ ਮਹਾਰਾਜ ਇੱਥੇ ਉਹਨਾਂ ਲੋਕਾਂ ਦੀ ਗੱਲ ਕਰਦੇ ਨੇ ਜਿਹੜੇ ਅਵਰ ਉਪਦੇਸ਼ੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਇਹੋ ਜਿਹੇ ਲੋਕ ਹਨ, ਉਹਨਾਂ ਦੇ ਬਾਬਤ ਕਹਿੰਦੇ ਨੇ, ਕਹਿੰਦੇ ਪੜ੍ਹ ਪੰਡਿਤ, ਇੱਕ ਪੰਡਿਤ ਵਿਦਵਾਨ ਪੁਰਸ਼, ਕਹਿੰਦੇ ਧਾਰਮਿਕ ਗ੍ਰੰਥ ਪੜ੍ਹ ਪੜ੍ਹ ਕੇ ਅਵਰਾ ਸਮਝਾਏ, ਹੋਰਨਾਂ ਨੂੰ ਸਮਝਾਉਂਦਾ ਫਿਰਦਾ ਏ, ਘਰ ਜਲ ਤੇ ਕੀ ਖਬਰ ਨਾ ਪਾਏ। ਦੂਜਿਆਂ ਨੂੰ ਕਹਿੰਦਾ ਕਿ ਮਾਇਆ ਜਿਹੜੀ ਹੈ, ਮਾਇਆ ਜਿਹੜੀ ਛਲ ਹੈ, ਮਾਇਆ ਕਪਟ ਵਾਲੀ ਹੈ, ਮਾਇਆ ਜੀਵਾਂ ਨੂੰ ਸਾੜਦੀ ਹੈ, ਪਰ ਕਹਿੰਦੇ ਇਹਦਾ ਆਪਣਾ ਘਰ ਜਲ ਰਿਹਾ। ਗਿਆਨ ਇੰਦਰੇ, ਕਰਮ ਇੰਦਰੇ ਦੇ ਜਲ ਰਹੇ ਨੇ, ਸੜ ਰਹੇ ਹਨ। ਇਹਨੂੰ ਆਪਣੇ ਜਲਦੇ ਹੋਏ ਘਰ ਦੀ ਕਹਿੰਦੇ ਖਬਰ ਨਹੀਂ, ਨੂੰ ਕੋਈ ਕਿਸੇ ਸੋਝੀ ਨਹੀਂ ਕਿ ਮੇਰਾ ਘਰ ਵੀ ਸੜ ਰਿਹਾ, ਭਾਵੇਂ ਮੇਰਾ ਅੰਤःਕਰਣ ਵਿਸ਼ੇ ਵਿਕਾਰਾਂ ਦੀ ਅੱਗ ਵੀ ਸੜ ਰਿਹਾ ਹੈ। ਉੱਧਰ ਬਿਲਕੁਲ ਗਿਆਨ ਨਹੀਂ ਹੈ, ਉੱਧਰਲੇ ਪਾਸੇ ਧਿਆਨ ਨਹੀਂ ਦੇ ਰਿਹਾ ਹੈ। ਇਹੋ ਜਿਹੀ ਹਾਲਤ ਹੈ। ਤੇ ਸਤਿਗੁਰੂ ਮਹਾਰਾਜ ਅਗਲੀ ਪੰਕਤੀ ਬਖਸ਼ਿਸ਼ ਕਰਦੇ ਹਨ, ਬਿਨ ਸਤਿਗੁਰ ਸੇਵੇ ਨਾਮ ਨ ਪਾਈਐ, ਪੜ੍ਹ ਥਾਕੇ ਸ਼ਾਂਤ ਨ ਪਾਈ ਆਈ ਹੈ। ਕਹਿੰਦੇ ਇੱਕ ਗੱਲ ਯਾਦ ਰੱਖਿਓ,
ਸਤਿਗੁਰ ਦੀ ਸੇਵਾ ਤੋਂ ਬਿਨਾਂ ਨਾਮ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਨਾਮ ਲੈਣਾ ਹੈ, ਨਾਮ ਮਿਲਣਾ ਹੈ ਗੁਰੂ ਪਾਤਸ਼ਾਹ ਪਾਸੋਂ। ਗੁਰੂ ਹੀ ਸਾਨੂੰ ਨਾਮ ਦੀ ਦਾਤ ਦੇਣ ਵਾਲਾ ਹੈ। ਸਤਿਗੁਰ ਦੀ ਸੇਵਾ ਕੀਤੇ ਤੋਂ ਬਿਨਾਂ ਨਾਮ ਨਾ ਪਾਈਏ, ਨਾਮ ਨਹੀਂ ਮਿਲ ਸਕਦਾ ਹੈ। ਪੜ੍ਹ ਥਾਕੇ ਸ਼ਾਂਤ ਨਾ ਆਈ ਹੈ। ਬਹੁਤ ਸਾਰੇ ਇਹੋ ਜਿਹੇ ਵਿਦਵਾਨ ਪੁਰਸ਼ ਨੇ ਜਿਨ੍ਹਾਂ ਨੇ ਬਹੁਤ ਸਾਰੇ ਧਾਰਮਿਕ ਗ੍ਰੰਥਾਂ ਨੂੰ ਪੜ੍ਹਨਾ ਕੀਤਾ, ਹਰ ਧਰਮ ਦੇ ਗ੍ਰੰਥ ਪੜ੍ਹ ਲਏ, ਵੱਡੇ ਵਿਦਵਾਨ ਬਣ ਗਏ, ਪਰ ਪਾਤਸ਼ਾਹ ਕਹਿੰਦੇ ਉਹਨਾਂ ਦੇ ਮਨ ਨੂੰ ਸ਼ਾਂਤੀ ਨਹੀਂ ਮਿਲੀ। ਕਿਉਂ ਨਹੀਂ ਮਿਲੀ? ਕਿਉਂਕਿ ਵਿਦਵਾਨ ਤਾਂ ਬਣੇ ਨੇ ਪਰ ਗੁਰੂ ਵਾਲੇ ਨਹੀਂ ਬਣੇ। ਵਿਦਵਾਨ ਤਾਂ ਬਣੇ ਨੇ ਪਰ ਸਤਿਗੁਰ ਦੀ ਸੇਵਾ ਨਹੀਂ ਕੀਤੀ। ਸੇਵਾ ਸਿਮਰਨ ਨਾ ਕਰਨ ਕਰਕੇ ਉਹਨਾਂ ਦਾ ਮਨ ਹਰ ਸਮੇਂ ਤ੍ਰਿਸ਼ਨਾ ਦੀ ਅੱਗ ਵਿੱਚ, ਵਿਕਾਰਾਂ ਦੀ ਅੱਗ ਵਿੱਚ ਸੜਦਾ ਹੀ ਰਹਿੰਦਾ ਹੈ। ਹੁਣ ਕਦੇ ਵੀ ਢੋਈ ਨਹੀਂ ਮਿਲਦੀ ਹੈ। ਇਸ ਕਰਕੇ ਗੁਰੂ ਵਾਲੇ ਬਣਨਾ ਜ਼ਰੂਰੀ ਹੈ। ਤਾਂ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਹਨ ਕਿ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਭਰਮਾਈ। ਚਾਰੇ ਯੁੱਗਾਂ ਵਿੱਚ ਉਹ ਭਰਮਦਾ ਰਹਿੰਦਾ ਹੈ। ਚਾਰੇ ਯੁੱਗਾਂ ਵਿੱਚ ਭਾਵ ਸਤਿਯੁਗ, ਤ੍ਰੇਤਾ, ਦੁਆਪਰ, ਕਲਯੁਗ, ਇਹਨਾਂ ਸਮਿਆਂ ਦੇ ਵਿੱਚ ਉਹ ਬਾਰ-ਬਾਰ ਜੰਮਦਾ ਤੇ ਬਾਰ-ਬਾਰ ਮਰਦਾ, ਟੇਢੀਆਂ ਮੇਢੀਆਂ ਜੂਨਾਂ ਵਿੱਚ ਭਟਕਦਾ ਹੈ। ਉਹ ਜੀਵ ਕਦੇ ਮੁਕਤ ਨਹੀਂ ਹੋ ਸਕਦਾ। ਇਸ ਕਰਕੇ ਮੇਰੇ ਪਾਤਸ਼ਾਹ ਜੀ ਬਚਨ ਕਰਦੇ ਹਨ, ਕਹਿੰਦੇ ਇਸ ਤਰ੍ਹਾਂ ਬੜੇ ਗ੍ਰੰਥ ਪੜ੍ਹਦੇ ਵਿਦਵਾਨ ਤਾਂ ਬਣ ਗਏ ਆ। ਵਿਦਪਤਾ ਦਾ ਤੇਰੇ ਨਾਲ, ਤੇਰੇ ਨਾਮ ਦੇ ਨਾਲ ਇਹ ਨਾਮ ਜੁੜ ਗਿਆ, ਗਿਆਨੀ ਜੀ, ਵਿਦਵਾਨ ਜੁੜ ਗਿਆ। ਪਰ ਕਹਿੰਦੇ ਸੱਚ ਜਾਣਿਓ, ਸਤਿਗੁਰ ਤੋਂ ਬਿਨਾਂ ਤੈਨੂੰ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਸਤਿਗੁਰ ਤੋਂ ਬਿਨਾਂ ਤੇਰੇ ਮਨ ਨੂੰ ਸ਼ਾਂਤੀ ਨਹੀਂ ਮਿਲ ਸਕਦੀ ਹੈ। ਇੱਕ ਭਸਮ ਲਗਾਏ ਫਿਰਹਿ ਭੇਖ ਧਾਰੀ, ਬਿਨ ਸ਼ਬਦ ਹਉਮੈ ਕਿਨ ਮਾਰੀ। ਹੁਣ ਅਗਲੇ ਬੰਦ ਦੇ ਵਿੱਚ ਗੁਰੂ ਪਾਤਸ਼ਾਹ ਉਹਨਾਂ ਲੋਕਾਂ ਦੀ ਗੱਲ ਕਰਦੇ ਨੇ ਜਿਹੜੇ ਸਰੀਰ ਉੱਤੇ ਭਸਮ, ਸਵਾਹ ਇਤਿਆਦਿਕ ਮੜ ਲੈਂਦੇ ਨੇ। ਪਾਤਸ਼ਾਹ ਕਹਿੰਦੇ ਨੇ ਇੱਕ ਐਸੇ ਨੇ ਜਿਨ੍ਹਾਂ ਨੇ ਆਪਣੇ ਸਰੀਰ ਉੱਤੇ ਭਸਮ ਲਗਾ ਲਈ, ਭੇਖ ਧਾਰੀ ਬਣ ਗਏ, ਭੇਖ ਬਣਾ ਲਿਆ। ਕਿਉਂਕਿ ਭਸਮ ਕਿਉਂ ਲਗਾਈ ਜਾਂਦੀ ਹੈ? ਅਸਲ ਵਿੱਚ ਇਹ ਦੁਨੀਆ ਦੇ ਲੋਕਾਂ ਨੂੰ ਸੁਨੇਹਾ ਦਿੰਦੇ ਨੇ ਕਿ ਭਾਈ ਸੰਸਾਰ ਜਿਹੜਾ ਫਾਨੀ ਹੈ, ਨਾਸ਼ਵੰਤ ਹੈ। ਪਰ ਗੁਰਮਤਿ ਵਿੱਚ ਜਦੋਂ ਆਪਾਂ ਗੁਰੂ ਕੀ ਬਾਣੀ ਪੜ੍ਹਦੇ ਹਾਂ, ਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੋ ਜੀ ਸੂਰਤ ਐ ਬੰਦਿਆ ਰੱਬ ਨੇ ਤੇਰੀ ਬਣਾਈ ਹੋਈ ਹੈ ਨਾ, ਤੂੰ ਉਹੋ ਜੀ ਸੂਰਤ ਆਪਣੀ ਬਣਾ ਕੇ ਰੱਖ, ਬਿਲਕੁਲ ਵੀ ਛੇੜਛਾੜ ਨਾ ਕਰ। ਜਿਵੇਂ ਰਹਿਤਨਾਮੇ ਵਿੱਚ ਲਿਖਿਆ ਹੋਇਆ ਹੈ ਕਿ ਸਾਬਤ ਸੂਰਤ ਰੱਬ ਬਣਾਈ, ਬੇਈਮਾਨ ਨੇ ਭੰਨ ਗਵਾਈ। ਕਿ ਪਰਮਾਤਮਾ ਨੇ ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਚਾਹੇ ਸਿੱਖ ਹੈ, ਈਸਾਈ ਹੈ, ਜੈਨੀ ਹੈ, ਬੋਧੀ ਹੈ, ਕੋਈ ਵੀ ਹੈ, ਤੇ ਪਰਮਾਤਮਾ ਨੇ ਹਰ ਇੱਕ ਨੂੰ ਸਾਬਤ ਸੂਰਤ ਬਣਾਉਣਾ ਕੀਤਾ। ਹਰ ਇੱਕ ਨੂੰ। ਪੁਰਾਣੇ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਨਾ, ਚਿੱਤਰ ਲੱਗੇ ਹੁੰਦੇ ਘਰਾਂ ਦੇ ਵਿੱਚ, ਆਪਾਂ ਦੇਖਦੇ ਹਾਂ, ਚਾਹੇ ਰਾਮ ਜੀ ਹੋਏ ਨੇ, ਕ੍ਰਿਸ਼ਨ ਜੀ ਹੋਏ ਨੇ, ਹੋਰ ਅਵਤਾਰ ਆਏ ਸੰਸਾਰ ਵਿੱਚ, ਆਪਾਂ ਦੇਖਦੇ ਹਾਂ ਉਹਨਾਂ ਦੇ ਕੇਸ ਸਨ, ਕੇਸਾਂ ਧਾਰੀ ਸੀ ਸਾਰੇ। ਭਗਤਾਂ ਦੀ ਗੱਲ ਕਰ ਲਈਏ, ਰਵਿਦਾਸ ਜੀ, ਕਬੀਰ ਜੀ, ਨਾਮਦੇਵ ਜੀ, ਇਹਨਾਂ ਦੇ ਮੁੱਖ ਉੱਤੇ ਦਾੜੇ ਦਿਖਾਏ ਹੋਏ ਨੇ। ਇਹ ਤੋਂ ਸਿੱਧ ਹੁੰਦਾ ਕਿ ਜਿਹੋ ਜੀ
ਸੂਰਤ ਰੱਬ ਨੇ ਦਿੱਤੀ ਸੀ ਨਾ, ਉਹਦੇ ਨਾਲ ਬਿਲਕੁਲ ਛੇੜਛਾੜ ਨਹੀਂ ਕੀਤੀ ਗਈ। ਪਰ ਮਨੁੱਖ ਐਸਾ ਫੈਸ਼ਨ ਪ੍ਰਸਤੀ ਵਿੱਚ ਮਨੁੱਖ ਐਸਾ ਖਚਤ ਹੋ ਗਿਆ ਕਿ ਪਰਮਾਤਮਾ ਦੀ ਬਣਾਈ ਹੋਈ ਸੂਰਤ ਨੂੰ ਮਨੁੱਖ ਆਪਣੇ ਹੱਥੀਂ ਵਿਗਾੜ ਰਿਹਾ ਹੈ। ਸਭ ਸੂਰਤ ਰੱਬ ਬਣਾਈ, ਬੇਈਮਾਨ ਨੇ ਭੰਨ ਗਵਾਈ। ਜਿਹੜਾ ਹੁਣ ਆਪਣੇ ਸਰੀਰ ਉੱਤੇ ਭਸਮ ਲਾਣੀ ਹੈ, ਸਵਾਹ ਮਲਣੀ ਹੈ, ਜਦੋਂ ਗੁਰੂ ਪਾਤਸ਼ਾਹ ਦਾ ਇਹੋ ਜਿਹੇ ਜੋਗੀ ਪੁਰਸ਼ਾਂ ਨਾਲ ਸਵਾਲ ਜਵਾਬ ਹੋਏ ਨਾ, ਤੇ ਸਤਿਗੁਰੂ ਕਹਿੰਦੇ ਇੰਨਾ ਗੋਰਾ ਚਿੱਟਾ ਰੰਗ, ਐਨੇ ਸੋਹਣੇ ਨੈਣ ਨਕਸ਼, ਪਰ ਜੋਗੀ ਪੁਰਸ਼ੋ ਤੁਸੀਂ ਇਹ ਭਸਮ ਕਿਉਂ ਮਲੀ ਹੋਈ ਹੈ ਸਰੀਰ ਉੱਤੇ? ਸਵਾਹ ਮਲ ਕੇ ਸਾਰਾ ਪਿੰਡਾ ਖਰਾਬ ਕਰ ਲਿਆ। ਤੇ ਜੋਗੀ ਪੁਰਸ਼ ਕਹਿਣ ਲੱਗੇ ਕਿ ਸਤਿਗੁਰੂ ਅਸੀਂ ਦੁਨੀਆ ਦੇ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸੰਸਾਰ ਫਾਨੀ ਹੈ, ਨਾਸ਼ਵੰਤ ਹੈ। ਸਤਿਗੁਰੂ ਕਹਿਣ ਲੱਗੇ ਕਿ ਦੁਨੀਆ ਦੇ ਲੋਕਾਂ ਨੂੰ ਮੈਸੇਜ ਦੇਣ ਵਾਸਤੇ ਤੁਸੀਂ ਆਪਣੇ ਸਰੀਰ ਉੱਤੇ ਇਹ ਭਸਮ ਮਲ ਲਈ, ਪਰ ਤੁਸੀਂ ਆਪਣੇ ਮਨ ਨੂੰ ਤਾਂ ਸੁਨੇਹਾ ਦੇ ਨਹੀਂ ਸਕੇ। ਗੱਲ ਤਾਂ ਮਨ ਨੂੰ ਸੁਨੇਹਾ ਦੇਣ ਦੀ ਸੀ ਨਾ। ਮਨ ਤਾਂ ਤੁਹਾਡਾ ਇਸੇ ਤਰ੍ਹਾਂ ਹੀ ਭਟਕਣਾ ਦੇ ਵਿੱਚ ਹੈ। ਹਾਲੇ ਤੱਕ ਤੁਹਾਡੇ ਮਨਾਂ ਦੇ ਵਿੱਚ ਲੋਭ ਲਾਲਸਾ ਜਾਗਦੀ ਹੈ। ਸਤਿਗੁਰੂ ਕਹਿੰਦਾ ਜੇ ਜੋਗੀ ਬਣਨਾ ਨਾ, ਜੋਗੀ ਬਣਨ ਦੇ ਲਈ ਤੁਸੀਂ ਅੰਦਰੋਂ ਜੋਗੀ ਬਣਨਾ ਕਰੋ। ਜੋਗੀ ਦਾ ਅਰਥ ਕੀ ਹੈ? ਜੋਗੀ ਦਾ ਅਰਥ ਹੈ ਜੁੜਿਆ ਹੋਇਆ, ਜਿਹੜਾ ਪਰਮਾਤਮਾ ਨਾਲ ਇੱਕਮਿਕ ਹੋਵੇ। ਪਰ ਇਹ ਸਰੀਰ ਉੱਤੇ ਭਸਮ ਰੱਖ ਮਲ ਲੈਣੀ, ਜਟਾਂ ਰੱਖ ਲੈਣੀਆਂ, ਕੰਨਾਂ ਵਿੱਚ ਮੁੰਦਰਾਂ ਪਾ ਲੈਣੀਆਂ, ਇੰਜ ਪਾਤਸ਼ਾਹ ਜੀ ਕਹਿੰਦੇ ਜੋਗੀ ਨਹੀਂ ਬਣਿਆ ਜਾ ਸਕਦਾ। ਜੋਗੀ ਬਣਨ ਲਈ ਤੁਹਾਨੂੰ ਉਸ ਮਾਲਕ ਦੇ ਚਰਨਾਂ ਵਿੱਚ ਜੁੜਨਾ, ਸੁਰਤੀ ਨੂੰ ਜੋੜਨਾ ਪਵੇਗਾ। ਗੁਰਬਾਣੀ ਵਿੱਚ ਪਾਤਸ਼ਾਹ ਨੇ ਵਚਨ ਵੀ ਕੀਤੇ ਨੇ ਕਿ ਗੱਲੀ ਜੋਗ ਨ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੈ, ਜੋਗੀ ਕਹੀਐ ਸੋਈ। ਉਹ ਜੋਗੀ ਅਸਲ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੀਵਾਨ ਸਜੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ। ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਭਾਈ ਸੁਥਰਾ ਕਲਗੀਆਂ ਵਾਲੇ ਪਾਤਸ਼ਾਹ ਨੂੰ ਚਵਰ ਕਰ ਰਿਹਾ, ਕਿਉਂਕਿ ਇਹ ਭਾਈ ਸੁਥਰਾ ਜੀ 6ਵੇਂ ਪਾਤਸ਼ਾਹ ਦੇ ਸਮੇਂ ਤੋਂ ਇਹਨਾਂ ਦੇ ਗੁਰੂ ਘਰ ਨਾਲ ਸੰਬੰਧ ਬਣਿਆ ਹੈ। 6ਵੇਂ ਪਾਤਸ਼ਾਹ ਮਹਾਰਾਜ ਜਾ ਰਹੇ ਸਨ ਘੋੜੇ ਉੱਤੇ ਸਵਾਰ, ਰੂੜੀਆਂ ਦੇ ਉੱਤੇ ਗੁਰੂ ਇੱਕ ਬੱਚੇ ਦੀ ਰੋਣ ਦੀ ਕੁਰਲਾਣ ਦੀ ਆਵਾਜ਼ ਆਈ ਤੇ ਪਾਤਸ਼ਾਹ ਕਹਿੰਦੇ ਦੇਖੋ ਭਾਈ ਕੌਣ ਹੈ। ਜਦੋਂ ਗਏ ਨੇ ਸਿੱਖ ਕਹਿਣ ਲੱਗੇ ਪਾਤਸ਼ਾਹ ਇੱਕ ਬੱਚਾ ਹੈ, ਇਹ ਲੁਥਰਾ ਏ, ਇਹਦੇ ਜਮਾਂਦਰੂ ਵੱਡੇ ਵੱਡੇ ਦੰਦ ਸਨ, ਇਹਦਾ ਨੱਕ ਵੀ ਟੇਢਾ, ਅੱਖਾਂ ਵੀ ਟੇਢੀਆਂ, ਕੰਨ ਵੀ ਵਿੰਗੇ। ਤੇ ਪਾਤਸ਼ਾਹ ਕਹਿੰਦੇ ਚੁੱਕ ਕੇ ਲੈ ਕੇ ਆਓ ਭਾਈ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਾਹਮਣੇ ਪੇਸ਼ ਕੀਤਾ ਗਿਆ। ਸਤਿਗੁਰੂ ਕਹਿੰਦੇ ਕੌਣ? ਕਹਿੰਦਾ ਭਾਈ ਇਹ ਲੁਥਰਾ, ਇਹਦਾ ਸੁਥਰਾ ਏ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇਖ ਰੇਖ ਵਿੱਚ ਦੀ ਪਾਲਣਾ ਪੋਸ਼ਣਾ ਹੋਈ ਸੀ। ਇਹ ਬੜੀ ਲੰਮੀ ਉਮਰ ਰਹੀ ਦੀ, 10ਵੇਂ ਪਾਤਸ਼ਾਹ ਤੱਕ ਸਤਿਗੁਰ ਦੀ ਹਜ਼ੂਰੀ ਵਿੱਚ ਰਿਹਾ ਹੈ। ਕਹਿੰਦੇ ਨੇ ਸਤਿਗੁਰੂ ਮਹਾਰਾਜ 10ਵੇਂ ਪਾਤਸ਼ਾਹ ਨੂੰ ਚੌਰ ਕਰ ਰਿਹਾ, ਚਵਰ ਦੀ ਸੇਵਾ ਹੋ ਰਹੀ ਹੈ। ਸਾਹਮਣੇ ਇੱਕ ਜੋਗੀ ਪੁਰਸ਼ ਆ ਗਿਆ ਜਿਹਨੇ ਸਰੀਰ ਉੱਤੇ ਭਸਮ ਮਲੀ ਹੋਈ ਹੈ, ਵੱਡੀਆਂ ਵੱਡੀਆਂ ਜਟਾਵਾਂ ਰੱਖੀਆਂ ਹੋਈਆਂ ਨੇ, ਕੰਨਾਂ ਵਿੱਚ ਮੁੰਦਰਾਂ ਪਾਈਆਂ ਹੋਈਆਂ ਹਨ। ਉਹ ਦਰਬਾਰ ਦੇ ਵਿੱਚ ਆ ਰਿਹਾ ਤੇ ਦੂਰੋਂ ਭਾਈ ਸੁਥਰੇ ਦੀ ਨਿਗਾਹ ਪੈ ਗਈ। ਜਿਉਂ-ਜਿਉਂ ਉਹ ਨੇੜੇ ਆ ਰਿਹਾ ਤੇ ਭਾਈ ਸੁਥਰਾ ਜੀ ਆਪਣੇ ਨੈਣ ਨਕਸ਼ ਟੇਢੇ ਕਰਕੇ ਉਹਨੂੰ ਖਿਜਾਉਣ ਦੀ ਕੋਸ਼ਿਸ਼ ਕਰਦਾ ਹੈ, ਬਾਰ-ਬਾਰ ਖਿਜਾ ਰਿਹਾ ਹੈ। ਹੁਣ ਜੋਗੀ ਪੁਰਸ਼ ਕਦੇ ਸਤਿਗੁਰੂ ਵੱਲ ਦੇਖਦਾ, ਕਦੇ ਭਾਈ ਸੁਥਰੇ ਵੱਲ ਦੇਖਦਾ। ਤੇ ਭਾਈ ਸੁਥਰਾ ਜੀ ਜਦੋਂ ਸੁਥਰੇ ਵੱਲ ਤੱਕਦਾ ਉਹ, ਤੇ ਭਾਈ ਸੁਥਰਾ ਜੀ ਹੋਰ ਤਰ੍ਹਾਂ ਮੁੱਖ ਆਪਣਾ ਕਰਦਾ, ਫਿਰ ਉਹਨੂੰ ਖਿਜਾਉਂਦਾ ਹੈ। ਤੇ ਜਿਉਂ-ਜਿਉਂ ਉਹ ਸਤਿਗੁਰ ਦੇ ਨੇੜੇ ਆ ਰਿਹਾ
ਤਿਉਂ ਤਿਉਂ ਉਹਦੇ ਅੰਦਰ ਗੁਰੂ ਸਾਰੇ ਗੁੱਸਾ ਹੋਰ ਜ਼ਿਆਦਾ ਭਰਦਾ ਜਾ ਰਿਹਾ ਹੈ। ਜਦੋਂ ਬਿਲਕੁਲ ਨੇੜੇ ਆ ਗਿਆ ਨਾ, ਮੰਨ ਲਓ ਜਿਵੇਂ ਆਪ ਸੰਗਤਾਂ ਗੁਰੂ ਪਾਤਸ਼ਾਹ ਨੂੰ ਆ ਕੇ ਮੱਥਾ ਟੇਕਦੀਆਂ ਨੇ, ਇੰਨੇ ਨੇੜੇ ਆ ਗਿਆ, ਮੱਥਾ ਟੇਕਣ ਦੀ ਵਾਰੀ ਸੀ। ਕਹਿੰਦੇ ਇੰਨੇ ਸਮੇਂ ਵਿੱਚ ਉਹਨਾਂ ਸਤਿਗੁਰੂ ਨੂੰ ਮੱਥਾ ਨਹੀਂ ਟੇਕਿਆ, ਹੱਥ ਵਿੱਚ ਇੱਕ ਸੋਟੀ ਪਕੜੀ ਹੋਈ ਸੀ। ਉਹ ਸੋਟੀ ਲੈ ਕੇ ਭਾਈ ਸੁਥਰੇ ਦੇ ਮਗਰ ਮਗਰ ਦੌੜ ਪਿਆ। ਹੁਣ ਭਾਈ ਸੁਥਰਾ ਅੱਗੇ ਅੱਗੇ ਤੇ ਜੋਗੀ ਪਿੱਛੇ ਪਿੱਛੇ। ਕਹਿੰਦੇ 5-7 ਚੱਕਰ ਸਤਿਗੁਰ ਦੀ ਪਰਿਕਰਮਾ ਕਰ ਦਿੱਤੀਆਂ। ਹੁਣ ਭਾਈ ਸੁਥਰਾ ਜੀ ਬਿਲਕੁਲ ਪਤਲੇ ਸਰੀਰ ਵਾਲੇ ਸਨ, ਕਿਸੇ ਦੇ ਹੱਥ ਨਹੀਂ, ਬੜੀ ਤੇਜ਼ੀ ਨਾਲ ਦੌੜਦੇ ਸਨ। ਤੇ ਜੋਗੀ ਥੱਕ ਕੇ ਹਾਰ ਕੇ ਬੈਠ ਗਿਆ, ਪਰ ਗੁਰੂ ਸਰੇ ਭਾਈ ਸੁਥਰੇ ਨੂੰ ਪਕੜ ਨਹੀਂ ਸਕਿਆ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਸਿੰਘਾਸਣ ਤੇ ਬੈਠੇ ਨੇ, ਤੇ ਸਤਿਗੁਰੂ ਦੇਖਦੇ ਨੇ, ਹੱਸਦੇ ਨੇ, ਮੁਸਕਰਾਉਂਦੇ ਨੇ। ਜਦੋਂ ਜੋਗੀ ਬੈਠ ਗਿਆ ਤੇ ਸਤਿਗੁਰੂ ਕਹਿਣ ਲੱਗੇ, ਜੋਗੀ ਪੁਰਸ਼ੋ ਕੀ ਹੋ ਗਿਆ? ਕਹਿਣ ਲੱਗਿਆ, ਸਤਿਗੁਰੂ ਤੁਸੀਂ ਇਹੋ ਜਿਹੇ ਸਿੱਖ ਰੱਖੇ ਨੇ ਆਪਣੇ ਕੋਲ, ਮੈਂ ਤੁਹਾਡੇ ਦਰਬਾਰ 'ਚ ਮੱਥਾ ਟੇਕਣ ਲਈ ਆ ਰਿਹਾ, ਸ਼ਰਧਾ ਭਾਵਨਾ ਰੱਖ ਕੇ। ਇਹ ਮੈਨੂੰ ਬਾਰ-ਬਾਰ ਪਾਤਸ਼ਾਹ ਖਿਜਾਣ ਦੀ ਕੋਸ਼ਿਸ਼ ਕਰਦਾ ਸੀ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਭਾਈ ਸੁਥਰਿਆ ਕੀ ਗੱਲ ਹੈ? ਆਈਆਂ ਗਈਆਂ ਸੰਗਤਾਂ ਨੂੰ ਤੰਗ ਕਰਦਾ ਹੈ, ਸ਼ਰਧਾ ਭਾਵਨਾ ਰੱਖ ਕੇ ਇਹ ਜੋਗੀਪੁਰ ਸਾਡੇ ਕੋਲ ਆਏ ਨੇ। ਕਹਿਣ ਲੱਗਾ ਕਲਗੀਧਰ ਪਾਤਸ਼ਾਹ ਬਿਲਕੁਲ ਸਭ ਠੀਕ ਹੈ, ਸ਼ਰਧਾ ਭਾਵਨਾ ਦੇਖੀ ਮੇਰੀ। ਜਦੋਂ ਸਰੀਰ ਉੱਤੇ ਭਸਮ ਮਲੀ ਸੀ ਨਾ, ਮੈਂ ਸਾਹਮਣੇ ਦੇਖੀਆਂ ਵੱਡੀਆਂ ਵੱਡੀਆਂ ਜਟਾਵਾਂ ਨੇ, ਕੰਨਾਂ ਵਿੱਚ ਮੁੰਦਰਾਂ ਪਾਈਆਂ ਹੋਈਆਂ ਨੇ। ਮੈਂ ਦੇਖਿਆ ਕਿ ਭਸਮ ਮਲ ਕੇ ਗੁਰੂ ਦੀ ਹਜ਼ੂਰੀ ਵਿੱਚ ਆ ਰਿਹਾ। ਸਤਿਗੁਰੂ ਮੈਂ ਥੋੜ੍ਹੀ ਜਿਹੀ ਭਸਮ ਆਪਣੇ ਨੇਤਰਾਂ ਦੇ ਨਾਲ ਮੈਂ ਪਿਛਾਂਹ ਨੂੰ ਕਰਕੇ ਦੇਖੀ, ਪਿੰਡੇ ਉੱਤੇ ਪਿਛਾਂਹ ਨੂੰ ਕਰਕੇ ਦੇਖੀ ਹੈ। ਜੋ ਦੇਖਿਆ ਤੇ ਇਹਦੇ ਅੰਦਰ ਬਾਹਰੋਂ ਭਸਮ ਮਲੀ ਹੋਈ ਹੈ, ਅੰਦਰ ਤਾਂ ਕਾਮ ਵੀ ਹੈ, ਅੰਦਰ ਕ੍ਰੋਧ ਵੀ ਹੈ, ਅੰਦਰ ਹੰਕਾਰ ਵੀ ਹੈ। ਤੇ ਸਤਿਗੁਰੂ ਮੈਂ ਦੇਖਣਾ ਚਾਹੁੰਦਾ ਜਿਹੋ ਜਿਹਾ ਬਾਹਰੋਂ ਬਣਿਆ ਹੋਇਆ ਕਿ ਅੰਦਰੋਂ ਵੀ ਉਹੋ ਜਿਹਾ ਹੈ। ਸਤਿਗੁਰੂ ਪਰ ਇਹ ਬਾਹਰੋਂ ਬਣਿਆ ਹੋਇਆ ਏ, ਅੰਦਰੋਂ ਸਤਿਗੁਰੂ ਇਹੋ ਜਿਹਾ ਨਹੀਂ ਹੈ। ਜੇ ਜਿਹੋ ਜਿਹਾ ਬਾਹਰੋਂ ਹੈ ਇਹੋ ਜਿਹਾ ਅੰਦਰੋਂ ਬਣਨਾ ਕਰ, ਫਿਰ ਭਾਈ ਤੇਰੀ ਮਲੀ ਹੋਈ ਭਸਮ ਪ੍ਰਵਾਨ ਹੋਵੇਗੀ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਹਾਂ ਭਾਈ ਜੋਗੀਆ ਸੱਚ ਹੈ ਨਾ ਬਿਲਕੁਲ। ਤੇਰੇ ਅੰਦਰ ਹੰਕਾਰ ਸੀ, ਤੇਰੇ ਅੰਦਰ ਕਾਮ ਵੀ ਹੈ, ਕ੍ਰੋਧ ਵੀ ਹੈ, ਲੋਭ ਵੀ ਹੈ, ਤੂੰ ਪੰਜਾਂ ਵਿੱਚ ਗਲਤਾਨ ਹੈ। ਕਹਿੰਦੇ ਜਿਹੋ ਜੀ ਪਰਮਾਤਮਾ ਨੇ ਸੂਰਤ ਬਣਾਈ ਹੈ ਨਾ, ਉਸ ਸੂਰਤ ਨਾਲ ਕਦੇ ਵੀ ਛੇੜਛਾੜ ਨਾ ਕਰੋ। ਜਿਹੋ ਜਿਹਾ ਬਣਾ ਦਿੱਤਾ ਉਹੋ ਜਿਹਾ ਰਹਿਣਾ ਕਰੋ, ਸਾਦਗੀ ਵਾਲਾ ਜੀਵਨ ਆਪਣਾ ਬਤੀਤ ਕਰਨਾ ਕਰੋ। ਤੇ ਸਤਿਗੁਰੂ ਉਹਨਾਂ ਲੋਕਾਂ ਦੀ ਗੱਲ ਕਰਦੇ ਨੇ ਜਿਹੜੇ ਦੁਨੀਆ ਦੇ ਲੋਕਾਂ ਨੂੰ ਭੇਖ ਦਿਖਾ ਕੇ ਆਪਣੇ ਮਗਰ ਲਾਉਂਦੇ ਹਨ। ਤੇ ਪਾਤਸ਼ਾਹ ਕਹਿੰਦੇ ਇੱਕ ਐਸੇ ਨੇ ਜਿਹੜੇ ਸਰੀਰ ਉੱਤੇ ਭਸਮ ਮਲ ਲੈਂਦੇ ਨੇ, ਭਸਮ ਲਕਾਏ ਫਿਰ ਹੈ ਭੇਖ ਧਾਰੀ। ਭੇਖ ਧਾਰਨ ਕਰਕੇ ਇਸ ਤਰ੍ਹਾਂ ਘਰ ਘਰ ਜਾ ਕੇ ਫਿਰਦੇ ਨੇ, ਗੇਰੂ ਰੰਗ ਦੇ ਵਸਤਰ ਇਤਿਆਦਿਕ ਪਹਿਨ ਲੈਂਦੇ ਹਨ। ਬਿਨ ਸ਼ਬਦੈ ਹੋਮੈ ਕਿਨ ਮਾਰੀ। ਕਹਿੰਦੇ ਭੇਸ ਲਿਬਾਸ ਤਾਂ ਬਣਾ ਲਿਆ, ਪਰ ਕਹਿੰਦੇ ਅੰਦਰੋਂ ਹੋਮੈ ਨਹੀਂ ਮਰੀ। ਕਹਿੰਦੇ ਉਹ ਹੋਮੈ ਐਵੇਂ ਨਹੀਂ ਮਾਰਨੀ। ਭਾਈ ਦੱਸੋ, ਅੱਜ ਤੱਕ ਦੱਸੋ, ਗੁਰੂ ਦੇ ਸ਼ਬਦ ਤੋਂ ਬਿਨਾਂ, ਗੁਰੂ ਦੇ ਉਪਦੇਸ਼ ਤੋਂ ਬਿਨਾਂ ਕਿਹੜਾ ਐਸਾ ਪੁਰਸ਼ ਹੈ ਜਿਹਨੇ ਆਪਣੇ ਅੰਦਰੋਂ ਹੋਮੈ ਹੰਗਤਾ ਮਮਤਾ ਨੂੰ ਮਾਰਿਆ ਹੋਵੇ? ਗੁਰੂ ਦਾ ਸ਼ਬਦ ਇੱਕ ਐਸਾ ਹੈ, ਜਿਉਂ-ਜਿਉਂ ਗੁਰੂ ਦੇ ਸ਼ਬਦ ਦਾ ਆਪਾਂ ਅਭਿਆਸ ਕਰਾਂਗੇ ਨਾ, ਤਿਉਂ-ਤਿਉਂ ਸਾਡੇ ਅੰਦਰੋਂ ਜਿਹੜੀ ਹੋਮੈ ਹੰਗਤਾ ਮਮਤਾ ਇਤਿਆਦਿਕ ਗੁਰੂ ਸਵਾਰਿਓ ਇਹ ਸਾਰੀ ਹੀ ਖਤਮ ਹੋ ਜਾਵੇਗੀ। ਇਸ ਕਰਕੇ ਪਾਤਸ਼ਾਹ ਜੀ ਬਚਨ ਕਰਦੇ ਹਨ, ਦੱਸੋ ਭਾਈ ਕਿਹੜਾ ਐਸਾ ਹੈ ਜਿਹਨੇ ਆਪਣੇ ਅੰਦਰੋਂ ਗੁਰੂ ਦੇ ਸ਼ਬਦ ਤੋਂ ਬਿਨਾਂ ਹੋਮੈ ਮਾਰਨਾ ਕੀਤੀ ਹੋਵੇ? ਭਾਵ ਕੋਈ ਐਸਾ ਨਹੀਂ ਹੈ। ਅਨ ਦਿਨ ਜਲਤ ਰਹੇ ਦਿਨ ਰਾਤੀ, ਭਰਮ ਭੇਖ ਪਰਮਾਈ ਹੈ। ਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਹਨ ਕਿ ਇਹੋ ਜਿਹੇ ਪੁਰਸ਼ ਅਨ ਦਿਨ ਦਿਨ ਰਾਤ ਜਲਦੇ ਰਹਿੰਦੇ, ਸੜਦੇ ਰਹਿੰਦੇ ਹਨ। ਕਾਹਦੇ ਵਿੱਚ? ਵਿਸ਼ੇ ਵਿਕਾਰਾਂ ਦੀ ਅੱਗ ਵਿੱਚ। ਪਰ ਦੁਨੀਆ ਦੇ ਲੋਕਾਂ ਨੂੰ ਭਰਮ ਕਰਕੇ, ਭਰਮ ਵਿੱਚ ਵਸਾ ਕੇ, ਭੇਖ ਬਣਾ ਕੇ ਭਰਮਾਉਣ ਦੀ ਕੋਸ਼ਿਸ਼ ਕਰਦੇ ਹਨ।
ਰੋਟੀਆਂ ਕਾਰਨ ਪੂਰਾ ਤਾਲ ਇਹੋ ਜਿਹੀ ਦੀ ਹਾਲਤ ਹੋ ਗਈ ਹੈ। ਇਸ ਕਰਕੇ ਭੇਖ ਦਾ ਨਾਮ ਸਿੱਖੀ ਨਹੀਂ ਹੈ। ਦੇਖਾ ਦੇਖੀ ਸਿੱਖੀ ਧਾਰਨ ਕਰਨਾ ਨਹੀਂ। ਮਾਨੋ ਇੱਕ ਨੇ ਲਿਬਾਸ ਪਹਿਨ ਲਿਆ ਪੰਜਾਂ ਕਕਾਰਾਂ ਦੀ ਵਰਦੀ, ਵੀ ਦੂਜੇ ਨੇ ਪਹਿਨ ਲਈ ਦੇਖ ਕੇ, ਤੇ ਗੁਰੂ ਪਰ ਰਹਿਤ ਨਹੀਂ ਰੱਖੀ, ਮਰਜ਼ਾਦਾ ਵਿੱਚ ਨੇ ਸਾਰੀਆਂ ਰਹਿਤ ਮਰਜ਼ਾਦਾ ਉਲਟ ਕਰਮ ਕਰਦਾ ਰਿਹਾ। ਕੀ ਆਪਾਂ ਸਿੱਖ ਉਹਨੂੰ ਆਖਾਂਗੇ? ਨਹੀਂ, ਉਹ ਸਿੱਖ ਨਹੀਂ ਹੋ ਸਕਦਾ। ਸਿੱਖੀ ਧਾਰਨ ਕੀਤੀ ਹੈ, ਕਕਾਰ ਪੰਜ ਕਕਾਰ ਪਹਿਨੇ ਨੇ, ਅੰਮ੍ਰਿਤ ਛਕਿਆ ਏ, ਤੇ ਅੰਮ੍ਰਿਤ ਛਕ ਕੇ ਗੁਰੂ ਸਵਾਰਿਓ ਰਹਿਤ ਵਿੱਚ ਪਰਪੱਕ ਹੋਣਾ ਚਾਹੀਦਾ। ਅੰਮ੍ਰਿਤ ਛਕਣਾ ਇਹ ਗੁਰੂ ਦਾ ਹੁਕਮ ਹੈ, ਗੁਰੂ ਦਾ ਹੁਕਮ ਹੈ, ਸਾਰਿਆਂ ਲਈ ਹੁਕਮ ਹੈ ਗੁਰੂ ਦਾ। ਗੁਰਬਾਣੀ ਆਪਾਂ ਪੜ੍ਹਦੇ ਹਾਂ, ਸਤਿਗੁਰੂ ਕਹਿੰਦੇ ਨੇ ਪੀਵੋ ਪਾਹੁਲ ਖੰਡ ਧਾਰ ਹੋਏ ਜਨਮ ਸਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਨੇ ਕਿ ਅੰਮ੍ਰਿਤ ਪੀਵੋ ਸਦਾ ਸਰਜੀਵੋ, ਹਰ ਸਿਮਰਤ ਹਰ ਅੰਮ੍ਰਿਤ ਅਮਰੰਤਾ। ਤੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਅੰਮ੍ਰਿਤ ਪੀਣਾ, ਅੰਮ੍ਰਿਤ ਛਕਣਾ ਜ਼ਰੂਰੀ ਹੈ। ਜੇ ਅੰਮ੍ਰਿਤ ਨਹੀਂ ਛਕਿਆ ਤੇ ਅੰਮ੍ਰਿਤ ਤੋਂ ਬਿਨਾਂ ਜੀਵ ਦਾ ਜੀਵਨ ਵੀ ਕਿਸੇ ਕੰਮ ਨਹੀਂ ਹੈ। ਹੁਣ ਅੰਮ੍ਰਿਤ ਛਕਣ ਤੋਂ ਬਾਅਦ ਫਿਰ ਇਹ ਨਹੀਂ ਕਿ ਅੰਮ੍ਰਿਤ ਛਕ ਲਿਆ ਬਸ। ਅੰਮ੍ਰਿਤ ਛਕ ਕੇ ਆਪਾਂ ਫਿਰ ਰਹਿਤ ਰੱਖਣੀ ਹੈ ਜੋ ਸਾਡੇ ਗੁਰੂ ਪਾਤਸ਼ਾਹ ਦਾ ਸਾਨੂੰ ਹੁਕਮ ਹੈ। ਫਿਰ ਗੁਰੂ ਸਵਾਰੇ ਸਾਡਾ ਜੀਵਨ ਸਫਲਾ ਹੋਣਾ ਹੈ। ਇਸ ਕਰਕੇ ਪਾਤਸ਼ਾਹ ਇੱਥੇ ਸਮਝਾ ਰਹੇ ਹਨ, ਕਹਿੰਦੇ ਇੱਕ ਐਸੇ ਨੇ ਜਿਹੜੇ ਦਿਨ ਰਾਤ ਕਹਿੰਦੇ ਤ੍ਰਿਸ਼ਨਾ ਦੀ ਅੱਗ ਵਿੱਚ, ਵਿਕਾਰਾਂ ਦੀ ਅੱਗ ਵਿੱਚ, ਵਿਸ਼ਿਆਂ ਦੀ ਅੱਗ ਵਿੱਚ ਦਿਨ ਰਾਤ ਸੜਦੇ ਜਲਦੇ ਰਹਿੰਦੇ ਹਨ। ਤੇ ਪਰ ਦੁਨੀਆ ਦੇ ਲੋਕਾਂ ਨੂੰ ਭੇਖ ਦਿਖਾ ਕੇ, ਧਰਮ ਦੇ ਨਾਂ ਤੇ ਭੇਖ ਕਰਦੇ ਨੇ ਤੇ ਭੇਖ ਦਿਖਾ ਕੇ ਇਸ ਤਰ੍ਹਾਂ ਭਰਮਾਉਣ ਦੀ ਕੋਸ਼ਿਸ਼ ਕਰਦੇ ਹਨ। ਕਹਿੰਦੇ ਦੁਨੀਆ ਦੇ ਲੋਕ ਤਾਂ ਭਰਮੇ ਜਾਣਗੇ ਪਰ ਪਰਮਾਤਮਾ ਨਹੀਂ ਭਰਮੇਗਾ, ਗੁਰੂ ਨਹੀਂ ਭਰਮੇਗਾ। ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਸੋ ਸੁਹਾਗਣ ਨੂੰ ਉਪਦੇਸ਼ ਦਿੱਤਾ ਸੀ ਨਾ, ਜਿਹੜਾ ਇਸਤਰੀਆਂ ਵਾਲੇ ਲਿਬਾਸ ਪਹਿਨਦਾ ਸੀ ਤੇ ਸਾਰੇ ਅਹੈ ਮਨੁੱਖ ਸੀ, ਇਸਤਰੀਆਂ ਵਾਲੇ ਲਿਬਾਸ ਪਹਿਨ ਕੇ 16 ਪ੍ਰਕਾਰ ਦੇ ਸ਼ਿੰਗਾਰ ਕਰਦਾ ਸੀ ਤੇ ਦਿਨ ਰੱਖਿਆ ਹੋਇਆ ਸੀ ਕਿ ਫਲਾਣੀ ਮੱਸਿਆ ਵਾਲੇ ਦਿਨ ਤੇ ਮੇਰਾ ਉਸ ਸ਼ੋਹ ਨਾਲ ਪਤੀ ਨਾਲ ਮਿਲਾਪ ਹੁੰਦਾ। ਇੱਕ ਕਮਰੇ ਵਿੱਚ ਆਪਣੇ ਆਪ ਨੂੰ ਬੰਦ ਕਰ ਲੈਂਦਾ ਸੀ, ਕਿਸੇ ਨੂੰ ਅੰਦਰ ਨਹੀਂ ਆਉਣ ਦਿੰਦਾ ਸੀ। ਦੁਨੀਆ ਦੇ ਲੋਕਾਂ ਦੇ ਬੜੇ ਮਹਾਂਪੁਰਖ ਨੇ, ਸੰਤ ਨੇ, ਸੌ ਸੁਹਾਗਣ ਜੀ ਹਨ। ਜੇ ਗੁਰੂ ਨਾਨਕ ਸਾਹਿਬ ਮਹਾਰਾਜ ਗਏ ਨੇ ਕਿ ਸਤਿਗੁਰੂ ਨੂੰ ਮਿਲਣ ਨਹੀਂ ਦਿੱਤਾ, ਪਾਤਸ਼ਾਹ ਕਹਿੰਦੇ ਚੱਲ ਭਾਈ ਮਰਦਾਨੇ, ਕਰਤਾਰ ਦੀ ਹੀ ਮਰਜ਼ੀ ਹੈ। ਸਤਿਗੁਰੂ ਥੋੜ੍ਹੀ ਦੂਰ ਗਏ ਨੇ, ਪਿੱਛੋਂ ਦੀ ਸੰਗਤ ਵਿੱਚ ਦੋ ਧੜੇ ਸਨ, ਲੜਾਈ ਹੋਈ, ਝਗੜਾ ਹੋਇਆ। ਜੋ ਝਗੜਾ ਹੋਇਆ ਤੇ ਉਸ ਸਮੇਂ ਲੜਦੇ ਹੋਏ ਉਸ ਕਮਰੇ ਤੱਕ ਪਹੁੰਚ ਗਏ, ਇੱਥੇ ਸੌ ਸੁਹਾਗਣ ਸੀ। ਜਦੋਂ ਦੇਖਿਆ ਤੇ ਅੰਦਰ ਦਰਵਾਜ਼ਾ ਟੁੱਟ ਗਿਆ, ਅੰਦਰ ਦੇਖਿਆ ਇਹੀ ਸੌ ਸੁਹਾਗਣ ਜਿਹਨੇ ਇਸਤਰੀਆਂ ਵਾਲਾ ਲਿਬਾਸ ਪਹਿਨਿਆ ਹੋਇਆ, ਆਪਣੇ ਆਪ ਨੂੰ ਉਸ ਮਾਲਕ ਦੀ ਪਤਨੀ ਆਖਾਉਂਦਾ ਏ ਤੇ ਅੰਦਰ ਨੌਜਵਾਨ ਇਸਤਰੀ ਨਾਲ ਕੋਈ ਕਰਮ ਕਰ ਰਿਹਾ ਏ। ਤੇ ਝਗੜਾ ਹਟਿਆ ਤੇ ਲੋਕ ਸਾਰੇ ਸੌ ਸੁਹਾਗਣ ਵੱਲ ਹੋ ਗਏ, ਉਹਨੂੰ ਕੁੱਟਣ ਲੱਗ ਪਏ, ਉਹਦਾ ਸਾਜੋ ਸਮਾਨ ਲੁੱਟ ਲਿਆ। ਫਿਰ 1 ਸਾਲ ਬਾਅਦ ਗੁਰੂ ਨਾਨਕ ਪਾਤਸ਼ਾਹ ਫਿਰ ਆਏ ਨੇ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਨਾਲ ਫਿਰ ਮਿਲਾਪ ਹੋਇਆ ਤੇ ਸਤਿਗੁਰ ਦੇ ਚਰਨਾਂ 'ਚ ਮੱਥਾ ਟੇਕਿਆ ਸੀ ਆ ਕੇ ਨੇ, ਸਤਿਗੁਰੂ ਬਖਸ਼ ਲਓ, 1 ਸਾਲ ਪਹਿਲਾਂ ਮੈਂ ਤੁਹਾਡੀ ਗੱਲ ਮੰਨ ਲੈਂਦਾ, ਤੁਹਾਡੇ ਨਾਲ ਮਿਲਾਪ ਕਰ ਲੈਂਦਾ, ਸ਼ਾਇਦ ਮੇਰੇ ਉੱਤੇ ਇਹ ਸਮਾਂ ਨਹੀਂ ਆਉਂਦਾ। ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਫਿਰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਸੀ ਕਿ ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਤਨ ਸੇਜੈ ਜਾਏ। ਕਹਿੰਦੇ ਇਹੋ ਜਿਹੜਾ ਤੈਂ ਲਿਬਾਸ ਪਹਿਨਿਆ ਹੋਇਆ ਨਾ, ਕਹਿੰਦੇ ਇਹੋ ਜਿਹਾ ਕਹਿੰਦੇ ਚੋਲੜਾ ਪਰਮਾਤਮਾ ਨੂੰ, ਪਤੀ ਪਰਮੇਸ਼ਰ ਨੂੰ ਚੰਗਾ ਨਹੀਂ ਲੱਗਦਾ ਏ। ਤੇਰਾ ਤਾਂ ਸਾਰਾ ਹਿਰਦਾ ਹੀ ਲੋਭ ਲਾਲਸਾ ਵਿੱਚ ਹੈ। ਇਸ ਕਰਕੇ ਇਹ ਜਿਹੜਾ ਤਨ ਹੈ ਕਹਿੰਦੇ ਇਸ ਤਰ੍ਹਾਂ
ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਤਨ ਸੇਜੈ ਜਾਏ। ਹੋਂ ਕੁਰਬਾਨੈ ਜਾਓ ਮਿਹਰਬਾਨਾ, ਹੋਂ ਕੁਰਬਾਨੈ ਜਾਓ। ਹੋਂ ਕੁਰਬਾਨੈ ਜਾਓ ਤਿਨਾ ਕੈ, ਲੈਣ ਜੋ ਤੇਰਾ ਨਾਉ। ਜਿਹੜੇ ਤੇਰੇ ਨਾਮ ਨੂੰ ਜਪਦੇ ਨੇ, ਤੇਰਾ ਨਾਮ ਲੈਂਦੇ ਨੇ, ਤੈਨੂੰ ਚੇਤੇ ਕਰਦੇ ਹਨ, ਅਸਲ ਵਿੱਚ ਮੈਂ ਮਾਲਕ ਜੀ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਲੈਣ ਜੋ ਤੇਰਾ ਨਾਉ ਤਿਨਾ ਕੈ, ਹੋਂ ਸਦ ਕੁਰਬਾਨੈ ਜਾਓ ਰਹਾਓ। ਕਾਇਆ ਰੰਗਣ ਜੇਥੀਐ ਪਿਆਰੇ, ਪਾਈਐ ਨਾਉ ਮਜੀਠ। ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ। ਤੇ ਪਾਤਸ਼ਾਹ ਕਹਿਣ ਲੱਗੇ, ਜੇ ਇਸ ਕਾਇਨ ਰੰਗਣਾ ਚਾਹੁੰਦਾ ਹੈ, ਰੰਗ ਵਿੱਚ ਪ੍ਰੇਮ ਦੇ ਰੰਗ 'ਚ ਰੰਗਣਾ ਚਾਹੁੰਦਾ ਨਾ, ਕਹਿੰਦੇ ਭਗਤੀ ਰੂਪੀ ਮਜੀਠੀ ਰੰਗ ਪਾਣਾ ਕਰ। ਮਜੀਠੀ ਰੰਗ ਪੱਕਾ, ਕੁਸੁੰਬੇ ਦਾ ਰੰਗ ਨਾ ਪਾ। ਕੁਸੁੰਬੇ ਦਾ ਰੰਗ ਜਿਹੜਾ ਹੈ ਇਹ ਮਹਿਕੀ ਪਦਾਰਥਾਂ ਦਾ ਰੰਗ ਹੈ। ਤੂੰ ਭਗਤੀ ਦਾ ਰੰਗ ਪਾ, ਪ੍ਰੇਮ ਦਾ ਰੰਗ ਪਾਣਾ ਕਰ। ਕਹਿੰਦੇ ਜਦੋਂ ਇਹੋ ਜਿਹੇ ਰੰਗ ਵਿੱਚ ਉਹ ਪਰਮਾਤਮਾ ਵੱਲ ਜਿਹੜਾ ਰੰਗ ਲਲਾਰੀ, ਪਰਮੇਸ਼ਰ ਗੁਰੂ ਰੂਪੀ ਲਲਾਰੀ ਰੰਗ ਦਿੰਦਾ ਨਾ, ਕਹਿੰਦੇ ਇਹੋ ਜਿਹਾ ਰੰਗ ਚੜ੍ਹਦਾ ਜਿਹੜਾ ਰੰਗ ਕਦੇ ਦੇਖਿਆ ਨਾ ਹੋਵੇ। ਫਿਰ ਆਰਿਆਂ ਉੱਤੇ ਵੀ ਚੜ੍ਹ ਜਾਂਦਾ ਏ, ਫਿਰ ਰੰਗ ਉਤਰਦਾ ਨਹੀਂ। ਫਿਰ ਸਾਹਮਣੇ ਗੁਰੂ ਸਹੁਰੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ 4 ਸਾਲ ਦਾ ਬੱਚਾ ਬਾਬਾ ਅਜੇ ਸਿੰਘ ਜੀ ਸ਼ਹੀਦ, ਜਿਹਦਾ ਕਲੇਜਾ ਤੁੰਨ ਕੇ ਮੁੱਖ ਵਿੱਚ ਤੁੰਨਿਆਂ 'ਚ ਕੱਢ ਕੇ ਮੁੱਖ 'ਚ ਤੁੰਨਿਆ ਜਾਂਦਾ ਏ, ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਉਹ ਰੰਗ ਉਤਰ ਗਿਆ ਸੀ। ਉਹ ਰੰਗ ਨਹੀਂ ਫਿਰ ਉਤਰਦਾ, ਉਹ ਰੰਗ ਸਦੀਵੀ ਰਹਿੰਦਾ ਹੈ। ਉਹ ਰੰਗ ਚਾਹੇ ਸਰੀਰ ਦੇ ਟੁਕੜੇ ਟੁਕੜੇ ਕਿਉਂ ਨਾ ਕੀਤੇ ਜਾਣ, ਪਰ ਗੁਰੂ ਸਵਾਰਿਓ ਉਹ ਰੰਗ ਕਦੇ ਵੀ ਉਤਰਦਾ ਨਹੀਂ ਹੈ। ਤੇ ਪਾਤਸ਼ਾਹ ਕਹਿੰਦੇ ਇਹੋ ਜਿਹੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਤੂੰ, ਜਿਹੜਾ ਤੈਂ ਰੰਗ ਚਾੜਿਆ ਹੋਇਆ ਨਾ ਪਖੰਡ ਸਹਿਤ, ਕਹਿੰਦੇ ਇਹ ਭੇਖ ਵਾਲਾ ਹੈ ਰੰਗ। ਇਹ ਭੇਖ ਹੈ ਇੱਕ ਤਰ੍ਹਾਂ ਦਾ। ਇਸ ਭੇਖ ਦੇ ਰਾਹੀਂ ਤੈਨੂੰ ਮਾਲਕ ਦੀ ਪ੍ਰਾਪਤੀ ਨਹੀਂ ਹੋਣੀ ਹੈ, ਕਿਉਂਕਿ ਤੂੰ ਤਾਂ ਦਿਨ ਰਾਤ ਜਲ ਰਿਹਾ ਹੈ, ਤ੍ਰਿਸ਼ਨਾ ਦੀ ਅੱਗ ਵਿੱਚ, ਵਿਕਾਰਾਂ ਦੀ ਅੱਗ ਸੜ ਰਿਹਾ ਹੈ, ਭਰਮ ਵਿੱਚ ਫਸਿਆ ਫਿਰਦਾ ਹੈ। ਭਰਮ ਵਿੱਚ ਫਸ ਕੇ ਤੂੰ ਭੇਖ ਬਣਾਇਆ ਹੋਇਆ ਹੈ ਤੇ ਇਸ ਤਰ੍ਹਾਂ ਦੁਨੀਆ ਦੇ ਲੋਕਾਂ ਨੂੰ ਭਰਮਾ ਰਿਹਾ ਹੈ। ਕਹਿੰਦੇ ਇਸ ਤਰ੍ਹਾਂ ਤੈਨੂੰ ਮਾਲਕ ਦੀ ਪ੍ਰਾਪਤੀ ਨਹੀਂ ਹੋਣੀ ਹੈ। ਇਹ ਗੁਰੂ ਸਵਾਰਿਓ ਸਤਿਗੁਰੂ ਮਹਾਰਾਜ ਨੇ ਸਾਡੇ